you'd come out this well. Really? Yeah. ਕੀ ਸੋਚਿਆ ਸੀ ਮਾੜਾ ਕਰੂੰਗੀ No. ਕਰਨ ਔਜਲਾ ਨੂੰ ਇੱਕ ਬੇਨਤੀ ਆ ਮੇਰੇ ਪੈਕ ਚ ਮੈਨੂੰ ਪੈ ਗਾ ਦਿਓ ਬੈਂਕਰਪਸੀ ਦੀ ਫਾਈਲ ਲੱਗੀ ਪਈ ਇੱਧਰ ਕੈਲਗਰੀ ਦੇ ਵਿੱਚ I drove on the wrong side of the road. Ooh, okay. I feel old now. Situationship. It's complicated. It's complicated, okay. ਨਹੀਂ। What is that? ਇਹ ਤਾਂ ਵੈਸੇ ਛੱਲਾ ਸੀਗਾ ਕਿੰਨੇ ਦਾ? I'm married to ਪਰ ਮੈਨੂੰ ਯਾਦ ਆ ਇੱਕ ਵਾਰੀ ਪਨਿਸ਼ਮੈਂਟ ਮਿਲੀ ਸੀ ਟੀਚਰ ਨੇ ਨਾ ਉਂਗਲਾਂ ਦੇ ਵਿੱਚ ਪੈਨਸਲ ਨਹੀਂ ਫਸਾ ਦੇ Bro, oh my god. ਚੰਡੀਗੜ੍ਹ ਮਹਾਲੀ TB 65% Yes. TB 65 ਬੰਦੇ ਘੈਂਟ Oh! ਪ੍ਰੈਜ਼ੀਡੈਂਸੀ ਇਸ ਹੁਣ ਇੱਕ ਅਲੱਗ ਹੀ ਰੋਬ ਆ ਰੋਪਾ ਹੈ ਉਹ ਕੈਸਾ Approach ਹੀ- ਐਮਐਲਏ ਵੱਜਾਂਗੇ ਜੀ ਐਮਐਲਏ ਵੱਜਾਂਗੇ ਜਾਂ ਕੀ ਕਹਿੰਦੇ ਕੈਨੇਡਾ ਚ ਐਮਪੀ ਵੱਜਾਂਗੇ Yeah. which is ਜਿਵੇਂ ਦਲਜੀਤ ਦੋਸਾਂਝ ਨਹੀਂ ਕਹਿੰਦੇ ਹੁੰਦੇ ਪੰਜਾਬੀ ਆ ਗਏ ਓਏ ਆ ਗਏ ਯੋ ਮੈਮ I honestly think ਜਦ ਤੁਸੀਂ ਸ਼ੁਰੂ ਕੀਤਾ ਉਹ ਤੋਂ ਬਾਅਦ ਹੀ ਫੀਲ ਹੋਇਆ ਕਿ ਪੰਜਾਬੀ ਸੱਚੀ ਆ ਗਏ ਆਪਾਂ ਬਸ ਆ ਗਏ ਹੁਣ ਫਿਰ ਆ ਗਏ ਤੇ ਛਾ ਗਏ ਆਈ ਥਿੰਕ ਕਾਫੀ ਜਣੇ ਮੈਨੂੰ ਕਹਿੰਦੇ ਕਿ ਯਾਰ ਤੇਰੀ ਪਰਸਨੈਲਿਟੀ ਦਲਜੀਤ ਨਾਲ ਕਾਫੀ ਤੂੰ ਮਿਲਦੀ ਆ ਕਰਦਾ ਸੋ ਉਹੀ ਆ ਹੁਣ ਤੁਸੀਂ ਕਿਹਾ ਯੂਨੀਵਰਸਿਟੀ ਦਾ ਪ੍ਰਧਾਨ ਹੈ ਨਾ ਜੀ Do you feel the pressure to always be or do the right thing or just be perceived as the right person and not do any ਕਿ wrong? ਬਿਫੋਰ ਰਨਿੰਗ ਫॉर ਦੀ ਇਲੈਕਸ਼ਨ ਮੈਂ ਨਾ ਗੁਰੂ ਜੀ ਘਰ ਜਾ ਕੇ ਹੁਕਮਨਾਮਾ ਲਿੱਤਾ ਸੀਗਾ ਤਾਂ ਫॉर ਐਗਜ਼ਾਮਪਲ ਜੇ ਮੈਂ ਇਲੈਕਸ਼ਨ ਹਾਰ ਜਾਂਦਾ ਤਾਂ What privileges you had ਕਿ ਤੁਸੀਂ ਹੁਣ ਉਸ ਪੋਜੀਸ਼ਨ ਤੇ ਜਿੱਥੇ ਤੁਸੀਂ ਫਿਰ ਗਵਰਨੈਂਸ ਜਾਣਾ ਜਾਂ ਪੋਲਿਟਿਕਸ ਦੇ ਵਿੱਚ ਜਾਣਾ ਆਈ ਥਿੰਕ What is the screen time? I know someone that works at the jail. Oh, works. Haroni ਸਾਹਿਬ ਦੇ ਵਿੱਚ move ਹੋਏ ਸੀ ਇੱਥੇ. They had no one, no backing, no relatives. Fresh country, fresh start. Canada move ਹੋਣ ਤੋਂ ਬਾਅਦ ਜਿਵੇਂ ਕਿਸੇ culture shock ਆਉਂਦਾ ਹਾਂਜੀ ਇੱਕ identity shock ਆਉਂਦੀ ਹੈ. Am I Indian? Am I Canadian? ਜਿੱਥੇ cricket ਖੇਡਦੇ ਆਏ ਹੋ ਇੱਥੇ ਆ ਕੇ ਤੁਹਾਨੂੰ ਬੇਸਬਾਲ ਦਾ ਬੈਟ ਫੜਾ ਦਿੱਤਾ ਜਾਂਦਾ ਜਾਂ ਆਈਸ ਹਾਕੀ ਦੀ ਸਟਿਕ ਕਿੱਥੇ ਆਈਪੀਐਲ ਦੇਖਦੇ ਸੀਗੇ ਹੁਣ ਐਨਐਚਐਲ ਦੇਖਣਾ ਪੰਜਾਬ ਕਿੰਗਸ Yes. Shreya Iyer, what's your relationship and how would you define it with your parents? ਮੇਰੇ ਮਮ ਨੇ ਪੜਿਆ ਮਾਈ ਗ੍ਰੈਂਡਪੇਰੈਂਟਸ really close to them. ਪੇਰੈਂਟਸ ਨਾਲ ਕਨੈਕਸ਼ਨ ਉਦੋਂ ਬਣਿਆ ਜਦੋਂ ਗ੍ਰੈਂਡਪੇਰੈਂਟਸ ਪੂਰੇ ਹੋ ਗਏ. It was my first time experiencing death in life or death of someone I know in life, right? That was the first time I saw my dad cry. Book that really kind of changed my relation with my dad. Us to pehla I was constantly just Kind of distant? distance. It's hard. It stays with you, right? Okay, Prabnoor, how are you? ਮੈਂ first class tip top always. Yes. ਤੁਸੀਂ ਦੱਸੋ ਕੀ ਹਾਲ ਚਾਲ? ਬਸ ਵਧੀਆ ਆਪਣੀਆਂ ਤਾਂ ਗ੍ਰੈਜੂਏਸ਼ਨਾਂ ਹੋ ਗਈਆਂ ਆਪਾਂ ਵਿਹਲੇ ਆ ਆਪਾਂ ਕੰਮ ਕਰੀਦਾ that's it. ਤੁਹਾਡੀ ਗ੍ਰੈਜੂਏਸ਼ਨ ਹੋ ਗਈ ਸਾਡੀਆਂ ਹਾਲੇ ਹੋਣੀਆਂ ਨੇ Yes. Are you and excited about that? excited ਹੈ but date ਨਹੀਂ ਸਾਡੇ ਕੋਲ ਕਿ ਕਦੋਂ ਹੋਣੀ ਆ. But what you're doing now, it's great. So graduation wait ਕਰ ਸਕਦੀ ਆ ਇਹ ਨਹੀਂ ਨਾ ਪਤਾ ਪ੍ਰਧਾਨਗੀ ਨਹੀਂ ਕਰ ਸਕਦੀ graduation ਕਰ ਸਕਦੀ ਆ ਪ੍ਰਧਾਨਗੀ I guess you're right it can't wait. Yes, that can wait. Yeah. How are you feeling about it? Presidency is going well. So ਜਿਵੇਂ ਕਿ second term ਆ ਮੇਰੀ ਪਹਿਲਾਂ vice president ਸੀਗਾ Yes. and ਉਹਦੇ through experience ਕਾਫੀ ਆਏ connections ਕਾਫੀ ਵਧੀਆ ਬਣੇ and ਹੁਣ presidency is ਹੁਣ ਇੱਕ ਅਲੱਗ ਹੀ ਰੋਬ ਆ ਰੋਪਾ ਹੈ ਉਹ ਕਹਿ ਸਕਦੇ ਹਾਂ ਬਟ ਉਹ ਆਪਾਂ ਸਟਾਰਟਿੰਗ ਤੋਂ ਰੱਖਿਆ. You did a great job last year. Thank you ਜੀ. Yeah, everybody is like that turban guy. ਉਹ ਬਸ Yes. ਨਹੀਂ ਤਾਂ ਸਾਡਾ ਪੱਗ ਵਾਲਾ ਮੁੰਡਾ ਇਹ ਤਾਂ ਚਲੋ ਦਸਤਾਰ ਦਾ ਮਾਣ ਆ ਬਟ ਨਹੀਂ ਤੁਸੀਂ ਬਣਾ ਕੇ ਰੱਖਿਆ ਬਿਲਕੁਲ ਕਦੀ ਸੋਚਿਆ ਨਹੀਂ ਸੀਗਾ ਕਿ ਪ੍ਰੈਜ਼ੀਡੈਂਸੀ ਦੇ ਪਾਸੇ ਆਵਾਂਗੇ ਵੀ. Really? I'm telling you first year Wow. ਮੇਰਾ ਫੋਕਸ ਸੀਗਾ ਵੀ ਮੈਂ ਡਿਗਰੀ 2.5 ਸਾਲ ਚ ਖਤਮ ਕਰ ਦੇਣੀ ਆ Wow. and apply on to law school. ਮੇਰਾ 4th year ਚੱਲ ਰਿਹਾ. ਮੈਨੂੰ ਮੈਂ ਕਦੇ ਮੈਂ ਜਦ ਵੀ ਮੈਂ ਤੁਹਾਨੂੰ ਮਿਲੀ ਆ I never thought ਕਿ ਤੁਸੀਂ ਕਦੇ ਨਹੀਂ ਸੋਚਿਆ ਕਿ ਤੁਸੀਂ ਨਹੀਂ ਕਰਨਾ. I always thought ਕਿ this man ਉਹਨਾਂ ਨੇ politics ਹੀ ਜਾਣਾ ਹੈ and that's what he wants. ਨਹੀਂ ਕਹਿੰਦੇ ਕਿ ਰੱਬ ਆਪੇ ਰਾਹ ਖੋਲ ਦਿੰਦਾ. Yeah. But what was the motivation? Like ਕਿੱਥੋਂ ਆਇਆ ਕਿ ਮੈਂ politics when I mean I wouldn't say like politics as such. ਸ਼ੁਰੂ ਤੋਂ ਨਹੀਂ ਹੁੰਦਾ ਹੋਣਾ ਕਿ ਬਈ ਹੁਣ ਮੈਂ politics ਚ ਆ ਗਿਆ. ਇੱਥੇ ਦੀ ਮਤਲਬ leadership ਚ. I guess ਇੱਥੇ and India ਦੀ ਇਹੋ ਡਿਫਰੈਂਸ ਹੈ ਕਿ ਇੱਥੇ ਸਟੂਡੈਂਟ ਪੋਲਿਟਿਕਸ ਜਿਹੜੀ ਆ ਉਹਦੀ ਇੰਨੀ ਇਨਫਲੂਐਂਸ ਨਹੀਂ ਹੈਗੀ ਜਿਹੜੀ ਐਕਚੁਅਲ ਪੋਲਿਟਿਕਸ ਤੇ ਕੰਪੇਅਰ ਟੂ ਇੰਡੀਆ. That's right. ਜਿੱਥੇ ਕਿ ਪੋਲੀਟੀਕਲ ਪਾਰਟੀਜ਼ ਇਨਵੋਲਵਡ ਨੇ ਇਟਸ ਕਾਈਂਡ ਆਫ ਯੂਰ ਬੇਸ ਗਰਾਊਂਡ ਫॉर running to be an MLA MP. Right. It's a lot different. ਕਾਫੀ
ਕਾਮ ਜਿਹਾ এনवायरमेंट ਹੈ ਇੱਥੇ ਫਿਲਹਾਲ ਮੋਟੀਵੇਸ਼ਨ ਤਾਂ ਕੁਛ ਨਹੀਂ ਆਏ ਤੁਸੀਂ ਵੀ ਨਾਲ ਹੀ ਸੀ ਜਦੋਂ ਆਪਾਂ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਸਟਾਰਟ ਆਈ ਥਿੰਕ ਮੈਨੂੰ ਲੱਗਦਾ ਤੁਹਾਡਾ ਸ਼ੁਰੂ ਹੀ ਉੱਥੇ ਤੋਂ ਹੋਇਆ ਸਕੂਲ 'ਚ ਵੀ ਸੀਗਾ ਕਦੇ ਕਿ ਪ੍ਰਧਾਨਗੀ ਤਾਂ ਨਹੀਂ ਮਤਲਬ ਕਿ ਕੁਛ ਮਾੜਾ ਮੋਟਾ ਕੀਤਾ ਹੋਵੇ ਸਕੂਲ 'ਚ ਜਾਂ ਯੂਨੀਵਰਸਿਟੀ ਜਾ ਕੇ ਜੀ ਕਰਿਆ ਸਕੂਲ 'ਚ ਭੰਗੜਾ ਵਗੈਰਾ ਪਾਇਆ ਸੀ ਫॉर श्योर ਓਕੇ ਐਂਡ ਉਸ ਤੋਂ ਇਲਾਵਾ ਸਪੋਰਟਸ ਵਗੈਰਾ ਖੇਡੇ ਆ ਬਟ ਇਦਾਂ ਕਦੇ ਨਹੀਂ ਹੋਇਆ ਕਿ ਸਕੂਲ ਵਿੱਚ ਵੀ ਪੋਲਿਟਿਕਸ ਵਿੱਚ ਜਾਂ ਸਕੂਲ ਦੀ ਜਿਹੜੀ ਸਟੂਡੈਂਟ ਕਾਉਂਸਲ ਹੁੰਦੀ ਸੀ ਉਹ 'ਚ ਵੀ ਘੱਟ ਇਨਵੋਲਵਮੈਂਟ ਸੀ ਓਕੇ ਆਈ ਥਿੰਕ ਉਹ ਇੱਥੇ ਆ ਕੇ ਕੀੜਾ ਜਿਹਾ ਪੈ ਗਿਆ ਕਿਹੜਾ ਪੈ university। ਗਿਆ ਨਹੀਂ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਆਪਣੀ ਸਟਾਰਟ ਹੋਈ ਸੀ ਜਦੋਂ ਯਾ ਉੱਥੋਂ ਹੀ ਹੋਇਆ ਆਈ ਥਿੰਕ ਉਹ ਜਿਹੜਾ ਕਲਚਰ ਨੂੰ ਪ੍ਰਮੋਟ ਕਰਨ ਦਾ ਇੱਕ ਐਸਪੈਕਟ ਸੀਗਾ ਹਾਂਜੀ ਜਿਹੜਾ ਉਹ ਆਪਣੇ ਅੰਦਰ ਇੱਕ ਜਿਵੇਂ ਦਲਜੀਤ ਦੋਸਾਂਝ ਨਹੀਂ ਕਹਿੰਦੇ ਹੁੰਦੇ ਪੰਜਾਬੀ ਆ ਗਏ ਪੰਜਾਬੀ ਓਏ ਆ ਗਏ ਓਏ ਯੈਸ ਸੋ ਮੈਮ ਆਈ ਓਨੈਸਟਲੀ ਥਿੰਕ ਜਦ ਤੁਸੀਂ ਸ਼ੁਰੂ ਕੀਤਾ ਉਹ ਤੋਂ ਬਾਅਦ ਹੀ ਫੀਲ ਹੋਇਆ ਕਿ ਪੰਜਾਬੀ ਸੱਚੀ ਆ ਗਏ ਆਪਾਂ ਬਸ ਆ ਗਏ ਹੁਣ ਫਿਰ ਆ ਗਏ ਤਾਂ ਛਾ ਗਏ ਆ ਗਏ ਯੈਸ ਓਕੇ ਬਿਫੋਰ ਵੀ ਮੂਵ ਔਨ ਹਾਂਜੀ where do you want to go ਕੁਝ ਖਾਣ ਪੀਣ ਵਾਸਤੇ ਬਿਕਾਜ਼ ਆਪਣੀ ਗੇੜੀ ਪੰਜਾਬੀਆਂ ਦੀ ਗੇੜੀ ਕਦੇ ਖਾਣ ਤੋਂ ਬਿਨਾਂ ਨਹੀਂ ਪੂਰੀ ਹੁੰਦੀ ਓਕੇ so you have to tell me your favorite or your comfort food spot ਜਿੱਥੇ ਆਪਾਂ ਜਾ ਕੇ ਮਾੜਾ ਮੋਟਾ ਖਾ ਪੀ ਲਈਏ but it's quite sunny yes I would say let's try milkshakes okay yeah D spot karke tha love that place ਲੱਗ ਗਈ ਹੈ ਚੱਲਦੇ ਹਾਂ no way ਪ੍ਰਭਨਰ ਜੀ ਨੇ ਦੱਸਿਆ ਸੀਗਾ ਕਿ ਤੁਸੀਂ ਕੈਨੇਡਾ I think ਛੋਟੇ ਹੁੰਦੇ ਆਏ ਸੀ right ਜੀ ਤੇ what was your age when you came here ਮੈਂ ਉਦੋਂ 9-10 ਸਾਲਾਂ ਸੀ I was in grade 4 ਹੁਣ 12 ਸਾਲ ਹੋ ਗਏ almost wow ਤੇ ਪੂਰੀ ਫੈਮਿਲੀ ਨਾਲ ਆਏ ਸੀ I was ਕੀ ਸਕੈਟਰਡ ਹੋ ਕੇ ਆਏ ਸੀ ਕਈ ਵਾਰ ਹੁੰਦਾ ਕਿ ਪੇਰੈਂਟਸ ਪਹਿਲਾਂ ਆ ਜਾਂਦੇ ਆ ਤੇ ਬੱਚੇ ਬਾਅਦ ਜਾਂਦੇ ਆ how was it like you all came together yeah me and my parents we decided to come together okay ਤੇ fortunately ਸਾਡੇ ਇੱਥੇ family already ਸੀਗੇ ਕਾਫੀ ਸਾਰੇ okay and they helped us out in the beginning how was the transition sorry ਉਹੀ ਗੱਲ ਕਰਨੀ ਸੀ actually Yeah. the culture shock that it brings ਇੱਕ culture shock ਹੁੰਦਾ ਕਿ ਤੁਸੀਂ ਇੱਕ ਹੋਰ society ਵਿੱਚ ਆ ਗਏ right yeah and it's the completely different teaching ਕਹਿ ਲਓ ਉਹਨੇ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਾਸਟਰ ਜਿਹੜੇ ਸੀਗੇ ਡਾਂਟਦੇ ਸੀ ਸਾਨੂੰ ਪੂਰਾ ਹਾਂ ਉਹ ਮੈਂ ਪੁੱਛਣਾ ਸੀ ਛਿੱਤਰ ਪਾਈ ਇੰਡੀਆ ਕਦੇ ਯਾਰ obedient child ਸੀਗੇ ਆਪਾਂ ਸੋ ਇੰਨੇ ਨਹੀਂ ਪਏ ਬਟ ਮੈਨੂੰ ਯਾਦ ਆ ਇੱਕ ਵਾਰੀ ਪਨਿਸ਼ਮੈਂਟ ਮਿਲੀ ਸੀ ਟੀਚਰ ਨੇ ਨਾ ਉਂਗਲਾਂ ਦੇ ਵਿੱਚ ਪੈਨਸਲ ਨਹੀਂ ਫਸਾ ਦੇ bro oh my god ਸੋ ਉਹ ਵਾਲਾ ਹੋਇਆ ਪਿਆ ਸਾਡੇ ਨਾਲ ਵੀ ਓਕੇ ਸਕੂਲ 'ਚ ਜਾਂ ਮਤਲਬ ਜਿਵੇਂ ਉਹ ਹੁੰਦੇ ਨੇ ਟਿਊਸ਼ਨਾਂ ਲਾਉਂਦੇ ਹੁੰਦੇ ਇੰਡੀਆ 'ਚ ਨਹੀਂ ਸਕੂਲ ਦੇ ਸਕੂਲ ਦੇ ਵਿੱਚ ਓਕੇ ਸੋ ਮੈਂ ਪਹਿਲਾਂ ਪੰਜਾਬ ਦੇ ਜਦੋਂ ਬਰਥ ਹੋਇਆ ਸੀਗਾ ਮੋਹਾਲੀ ਦੇ ਵਿੱਚ ਉੱਥੇ ਕੁਝ ਸਾਲ ਲਾਇਆ ਚੰਡੀਗੜ੍ਹ ਮੋਹਾਲੀ TB65 represent Yes. TB65 ਬੰਦੇ ਕੈਂਟ oh nice one ਉੱਥੇ ਕੁਝ ਸਾਲ ਲਾਏ ਸੀਗੇ ਫਿਰ ਬਾਅਦ ਚ ਡੈਡ ਤੇ ਜੌਬ ਕਰਕੇ ਮੈਂ ਮਹਾਰਾਸ਼ਟਰ ਮੂਵ ਹੋ ਗਿਆ ਸੀ oh wow how did that go that was ਉਹ ਵੀ ਕਲਚਰ ਸ਼ੌਕ ਹੀ ਸੀਗਾ ਬਟ ਇੰਨਾ ਨਹੀਂ ਲੱਗਿਆ ਕਿਉਂਕਿ ਫੋਰਚੂਨੇਟਲੀ ਮੇਰੇ ਨਾਲ ਇੱਕ ਹੋਰ ਫੈਮਿਲੀ ਸੀਗੇ okay ਮਹਾਰਾਸ਼ਟਰ ਕਿੰਨੇ ਟਾਈਮ ਰਹੇ ਮਹਾਰਾਸ਼ਟਰ ਫਿਰ ਉੱਥੇ 4 ਸਾਲ ਰਿਹਾ ਸੀਗਾ ਮੈਂ okay ਯਸ ਸੋ ਉਹੀ ਆ ਉੱਥੇ ਸਕੂਲਿੰਗ ਫਿਰ ਹਾਂਜੀ ਉੱਥੇ ਆਪਣਾ LKG ਤੋਂ ਸ਼ੁਰੂ ਉਹ ਹੋ LKG okay ਗ੍ਰੇਡ 3 ਤੱਕ ਉੱਥੇ ਕੀਤੀ okay ਫਿਰ ਮੋਹਾਲੀ ਮਤਲਬ ਘੱਟ ਹੀ ਰਹੇ ਹੋ ਬਹੁਤ ਘੱਟ ਤਾਂ ਕੁਛ ਯਾਦ ਹੈ ਉੱਥੇ ਦਾ ਮੋਹਾਲੀ ਦਾ ਜਾਂ ਮਹਾਰਾਸ਼ਟਰ ਦਾ ਮੋਹਾਲੀ ਦਾ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਸਾਹਿਬ ਉਹ ਜਗ੍ਹਾ ਕਦੇ ਨਹੀਂ ਭੁੱਲਦੀ ਓਕੇ ਆਪਾਂ ਪਹੁੰਚ ਗਏ ਆ ਤੇ ਲੈਟਸ ਕੰਟੀਨਿਊ ਲੈਟਸ ਗੋ ਓਕੇ ਸੋ ਆਪਾਂ ਸਪੌਟ ਆ ਗਏ ਆ ਦਿਸ ਇਜ਼ Prab's kind of favorite favorite Prab's recommendation all right cheers yes all right बहुत ज़्यादा रिफ्रेशिंग है गुड 10 on 10 ले आ गई सी मैं मैंगो मोहितो फ्रॉम डी स्पॉट 10 on 10 perfect chocolate hazelnut milkshake 11 out of 10 oh my god favorite ਜੇ ਕੋਈ ਇੱਥੇ ਆ ਗਿਆ ਤੇ ਉਹਨੂੰ 11 out of 10 ਨਾ ਲੱਗਿਆ ਫਿਰ ਤੁਸੀਂ ਪ੍ਰਭ ਨੂੰ ਜਾ ਕੇ ਫੜ ਸਕਦੇ ਹੋ ਕੋਈ ਚੱਕਰ ਨਹੀਂ ਤੇ ਜੇ ਤੁਹਾਨੂੰ 11 out of 10 ਲੱਗਿਆ ਤਾਂ ਪਲੀਜ਼ ਡੀ ਸਪੌਟ ਨੂੰ ਸਿਫਾਰਿਸ਼ ਰეკਮੈਂਡੇਸ਼ਨ ਦੇਣਾ ਕਿ ਇੱਧਰ ਕਮਿਸ਼ਨ ਆਉਂਦੇ ਰਹਿਣ ਹਾਂ ਗਾਣਾ ਹੀ ਲਾ ਦਿਆ ਆਪਾਂ ਥੋੜਾ ਵਾਈਬ ਕਰੀਏ ਅਰਜਨ ਢਿੱਲੋਂ ਬਹੁਤ ਸੁਣਦੇ ਆ ਮੈਂ ਨਾ ਲਿਟਰਲੀ ਮੈਂ ਆਪਣੇ ਨੋਟਸ 'ਚ ਲਿਖਿਆ ਹੋਇਆ ਮੈਂ ਕਿਹਾ ਮੈਂ ਗਾਣਾ ਲਗਵਾਉਣਾ ਤੇ ਮੈਨੂੰ ਪਤਾ ਅਰਜਨ ਢਿੱਲੋਂ ਦਾ ਹੀ ਲੱਗੂਗਾ ਯਾਰ which one though ਅਰਜਨ ਢਿੱਲੋਂ ਦੇ ਸਾਰੇ ਵਧੀਆ ਨੇ ਵੈਸੇ ਫਿਰ ਇੱਕ ਅੱਧਾ ਜਿਹੜਾ ਦਿਲ ਦੇ ਨੇੜੇ ਹੋਵੇ
ਦਿਲ ਦੇ ਨੇੜੇ that you feel strongly about? ਦੁਨੀਆ। ਸਾਨੂੰ ਟੈਗ ਕਰ ਦਿਓ ਅਰਜੈਂਟੀਨਾ ਸਾਹਿਬ, ਅਸੀਂ ਪਾਵਾਂਗੇ ਕਈ ਪੋਸਟ ਕਰ ਦਿਓ ਸਾਨੂੰ ਕਈ ਅਸਮਾਨ ਦੁਨੀਆ ਦੇ ਤਲੇ ਆਇਆ ਕਦੀ ਤੈਨੂੰ ਨਹੀਂ। Okay, a follow up on that, ਹਾਂਜੀ ਇਹ ਕਿਸੇ ਨੂੰ ਸਪੈਸੀਫਿਕ ਸੁਣਾਇਆ ਜਾ ਰਿਹਾ ਹੈ? UMM wants to know, Winnipeg wants to know. ਕੱਟ ਹੋਗਾ। ਨਹੀਂ ਇਹ ਗੱਲ ਜਾਊਗੀ। Okay, are you single, dating, or what's it called? ਕੀ ਕਹਿੰਦੇ ਨੂੰ? ਮੈਨੂੰ ਤਾਂ ਨਾਮ ਹੀ ਨਹੀਂ ਪਤਾ। I feel old now. Situationship. It's complicated. It's complicated, okay. ਨਹੀਂ ਕੀ ਕਹਿੰਦੇ ਆ, I'm in a relationship with myself। Oh my god. ਕੀ ਕਹਿੰਦੇ Men take notes. So, I'm married to my purpose। Oh, Right away, so- what is that? ਇਹ ਤਾਂ ਵੈਸੇ ਛੱਲਾ ਸੀਗਾ। ਕਿਨੇ ਦਾ? ਮੈਂ ਵੈਸੇ ਲਿੱਤਾ ਸੀਗਾ ਮੇਲੇ ਚੋਂ। Oh, okay. ਇੱਕ ਬਾਕਸ ਹੈ ਜੀ ਚ ਪੰਜਾਬੀ ਮੁੰਡੇ ਪੈ ਜਾਂਦੇ ਆ ਕਿ ਆਕੜ ਵਾਲੇ all that, ਇੱਕ alpha male, Yeah। ਹੈਨਾ? I don't see you like that at all. ਉਹ ਚੀਜ਼ਾਂ ਗਾਇਜ਼ ਉਹ ਗਾਣਿਆਂ 'ਚ ਹੀ ਤੇ ਮੂਵੀਜ਼ 'ਚ ਵਧੀਆ ਲੱਗਦੀਆਂ ਕਿ ਬਈ ਸਾਡੇ ਚ ਆਕੜ ਬਹੁਤ ਹੈ, ਅਸੀਂ ਐਵੇਂ ਦੇ ਉਵੇਂ ਦੇ ਆ। Yeah। But I think you are the most gentle person, and that's a good thing about you, like a very good thing about you. Thank What do you think, like how that comes out? Like a family though, yeah, you actively want to be like a patient or a gentle person? Yeah, aap hi ਐਵੇਂ ਹੈ ਕਿ ਮੈਂ ਹੈ ਹੀ ਐਵੇਂ ਦਾ। I think ਉਹ ਕਾਫੀ ਚੀਜ਼ਾਂ ਤੁਹਾਡੀ ਕਹਿੰਦੇ nature versus nurture Yes. upbringing ਦੇ ਚ ਆ ਜਾਂਦਾ। I was brought up by my mom, Okay. so I think mom ਦੀ ਜਿਹੋ ਜਿਹੀ nature ਸੀ ਉਹੋ ਜਿਹੀ ਕਾਫੀ ਆ ਗਈ। ਆਪਣੇ ਹੋਰ ਪੋਡਕਾਸਟ ਕਰਦੇ ਨੇ ਐਕਚੁਅਲੀ। ਮੈਡਮ okay. ਬਰਾੜ ਕੈਲਗਰੀ ਦੇ ਚ ਰਹਿੰਦੇ ਆ Okay. ਐਂਡ ਉਹਨਾਂ ਦੇ ਪੋਡਕਾਸਟ ਕਾਫੀ ਸੁਣੋ, ਰੈਡ ਐਫਐਮ ਤੇ ਕਰਦੇ ਆ। ਐਂਡ ਉਹਨਾਂ ਨੇ ਕਾਫੀ ਵਧੀਆ ਗੱਲ ਕੀਤੀ ਸੀ ਕਿ ਜਿਹੜੇ ਲਾਈਕ ਮੈਨ ਹੈਗੇ ਆ ਉਹ ਲੇਡੀਜ਼ ਦੀਆਂ ਕੁਆਲਿਟੀਜ਼ ਜਿਹੜੀਆਂ ਨੇ, ਫੋਰ ਐਗਜ਼ਾਮਪਲ ਬੀਇੰਗ ਕਾਈਂਡ, ਬੀਇੰਗ ਪੈਸ਼ਨੇਟ, ਬੀਇੰਗ ਇਮੋਸ਼ਨਲ, Yeah. ਉਹ ਅਡਾਪਟ ਕਰ ਲੈਣ। ਐਂਡ ਜਿਹੜੀਆਂ ਫੋਰ ਐਗਜ਼ਾਮਪਲ ਫੀਮੇਲਸ ਨੇ ਜਿਹੜੀਆਂ ਟ੍ਰੈਡੀਸ਼ਨਲ ਮੈਸਕੂਲਿਨ ਕੁਆਲਿਟੀਜ਼ ਨੇ, Right. ਕਹਿ ਲਓ ਵੀ ਬੀਇੰਗ ਬੋਲਡ, ਬੀਇੰਗ kind of like yeah in general ਕਿ ਜਿਹੜੀ ਥੋੜੀ masculine ਵਧੀਆ qualities ਨੇ। Good qualities ਜਿਹੜੀਆਂ ਹੁੰਦੀਆਂ ਨੇ। Yeah. ਜੇ ਦੋਨੇ ਜੈਂਡਰ ਇੱਕ ਜਿਹੜੀਆਂ ਗੁੱਡ ਕੁਆਲਿਟੀਜ਼ ਅਡਾਪਟ ਕਰ ਲੈਣ, that's what makes you complete human being। That's right. Yeah, so shout out to Madam Farad। I'll put it in the description. in general ਆ ਚੀਜ਼ ਦੇਖੀ ਕਿ ਹਰ ਇੱਕ ਬੰਦਾ they're struggling with something, right? Yeah. so ਤੁਸੀਂ ਦੇ ਮੂਹਰੋਂ ਦੇ ਕਿਸੇ ਨੂੰ ਹੱਸ ਕੇ ਬੁਲਾ ਲਿਓ ਤੇ ਉਹਨਾਂ ਦਾ ਵੀ ਸ਼ਾਇਦ ਦਿਨ ਬਣ ਜਾਏ। ਕਿਸੇ ਨੂੰ Yeah, ਪੁੱਛ ਲਓ ਕਿ ਕੀ totally. ਹਾਲ ਚਾਲ ਆ। Yeah. ਕਈ ਵਾਰੀ ਹੁੰਦਾ ਕੋਈ ਪੁੱਛਣ ਵਾਲਾ ਹੀ ਚਾਹੀਦਾ ਹੁੰਦਾ। ਪੁੱਛਣ ਸਹੀ ਗੱਲ ਆ। ਇੱਕ ਅਰਦਾਸ ਮੂਵੀ, ਇਟਸ ਮਾਈ ਫੇਵਰਿਟ। ਉਹ ਮੈਂ ਜਦ ਵੀ ਦੇਖਦੀ ਆ ਮੈਂ ਰੋਂਦੀ ਆ। Yeah। I just love that movie. ਗਿੱਪੀ ਗਰੇਵਾਲ, thank you so much. ਸੋ ਉਹ ਚ ਗੁਰਪ੍ਰੀਤ ਕੋ ਵੀ ਇੱਕ ਡਾਇਲੋਗ ਆ ਕਿ ਖੁਸ਼ੀਆਂ ਵੀ ਜਵਾਨਾ ਹਾਸੇ ਹਾਸੇ ਉਕਣਗੇ। Yes. ਸੋ ਆਪਾਂ ਹਾਸੇ ਗਾਣੇ And ਮੈਂ ਕਦੇ ਵੀ ਪ੍ਰਭ ਨੂੰ ਨਹੀਂ ਦੇਖਿਆ any situation, even ਕਿ ਜਦ ਕੈਂਪੇਨ ਚੱਲ ਰਿਹਾ ਸੀਗਾ, right? It's such a stressful time. This man, he was so calm, he was composed, he was smiling all the time. ਨਹੀਂ ਤਾਂ ਬਾਕੀ ਸਾਰਿਆਂ ਦੇ ਮਤਲਬ ਸ਼ਕਲਾਂ ਉੱਡੀਆਂ ਹੋਈਆਂ ਸੀਗੀਆਂ ਕਿ ਬਈ 2 ਦਿਨ ਚ ਰਿਜ਼ਲਟ ਆ, ਕੀ ਹੋਊਗਾ। in general ਮੈਂ ਹਮੇਸ਼ਾ ਹੱਸਦੇ ਦੇਖਿਆ। So it's a very good quality and keep it that way. ਨਹੀਂ ਬਿਲਕੁਲ ਉਹ ਆਪਣਾ ਹੈਗਾ ਨਹੀਂ ਪੰਜਾਬੀ ਪੋਜ਼ਿਟਿਵ એનર્ਜੀ। ਬਸ ਉਹ ਚੜ੍ਹਦੀ ਕਲਾ ਦਾ ਕਨਸੈਪਟ ਹੋ ਗਿਆ। Yes, ਚੜ੍ਹਦੀ ਐਗਜ਼ਾਮ। So ਹਮੇਸ਼ਾ ਚੜ੍ਹਦੀ ਕਲਾ ਚ ਦੇਖਿਆ ਮੈਂ ਪ੍ਰਭ ਨੂੰ। I think it's contagious as well ਕਿ ਜਦ ਤੁਸੀਂ ਦੂਸਰੇ ਬੰਦੇ ਨੂੰ ਖੁਸ਼ ਦੇਖਦੇ ਹੋ ਕਈ ਵਾਰ ਐ ਹੁੰਦਾ ਕਿ ਹਾਏ ਚੱਲ ਹੱਸ ਰਿਹਾ, ਮੈਂ ਵੀ ਹੱਸ ਕੇ ਬੋਲਣਾ, ਬਸ ਹਨਾ। So yeah. ਹੁਣ ਤੁਹਾਡਾ ਜੇ ਫੋਰ ਐਗਜ਼ਾਮਪਲ ਮੂਡ ਖਰਾਬ ਹੈ ਅਨਫੋਰਚੂਨਟਲੀ, ਰਾਈਟ? ਤੁਸੀਂ ਮੂਰਲੇ ਬੰਦੇ ਨੂੰ ਜੋ ਤੁਹਾਨੂੰ ਬੁਲਾਉਂਦਾ ਉਹਨੂੰ ਵੀ ਤੁਸੀਂ ਰੁੱਖੇ ਸੁਭਾਅ ਨਾਲ ਮਿਲਦੇ ਹੋ, ਉਹਦਾ ਦਿਨ ਵੀ ਖਰਾਬ ਹੋਊਗਾ। ਇਟ ਜਸਟ ਕੀਪਸ ਗੋਇੰਗ ਔਨ। Yes, it's a chain. ਡੋਮਿਨੋ ਇਫੈਕਟ ਬਣ ਜਾਂਦਾ। ਬਿਲਕੁਲ ਬਿਲਕੁਲ। ਤੁਸੀਂ ਕਿਸੇ ਨੂੰ ਹੱਸ ਕੇ ਬੁਲਾ ਲਿਆ, ਕਿਸੇ ਦਾ ਕੰਪਲੀਮੈਂਟ ਪਾਸ ਔਨ ਕਰਤਾ, ਉਹਨੇ ਸ਼ਾਇਦ ਤੋਂ ਸਾਰਾ ਟਾਈਮ ਯਾਦ ਰੱਖਦਾ। ਬਿਲਕੁਲ। By the way, do you follow ਪੰਜਾਬ ਜਾਂ ਮਤਲਬ ਪੰਜਾਬ ਤੇ ਇੰਡੀਆ ਦੀ ਪੋਲਿਟਿਕਸ? ਸ਼੍ਰੋਮਣੀ ਅਕਾਲੀ ਦਲ। ਅਕਾਲੀਆਂ ਦਾ ਮੁੰਡਾ ਸਾਡਾ। ਨਹੀਂ ਕੀ ਕਹਿੰਦੇ, ਓਕੇ ਆਪਾਂ ਆਪਣੀ ਪੋਲੀਟੀਕਲ ਪਾਰਟੀ ਬੈਕ ਹੋਮ ਡਿਸਕਲੋਜ਼ ਨਹੀਂ ਕਰਦੇ, ਬਟ no, yeah, I get it. Fair, yeah. ਤੇ ਕੀ ਕਹਿੰਦੇ ਆ, ਬਟ ਫੋਲੋ ਜ਼ਰੂਰ ਕਰੀਦਾ। ਫੋਲੋ ਜ਼ਰੂਰ ਕਰੀਦਾ। ਬਿਕਾਜ਼ ਮੀਮਸ ਦੇ ਬੈਸਟ ਕੰਟੈਂਟ
ਉਹ ਮੈਂ ਪੁੱਛਣਾ ਸੀ bro ਆ ਜਿਹੜਾ ਹੁਣੀ ਇਹ ਮੀਮ ਛਿੜੇ ਆ ਨਾ ਜਿਹੜੇ ਉਹਦੇ ਆਏ ਆਪਣੇ ਮਜੀਠੀਆ ਸਾਹਿਬ ਦੇ oh my god ਮੈਂ ਕਮਲੀ ਹੋ ਗਈ ਪੜ੍ਹ ਕੇ it's they're so funny you know the best one which one there was this song ਜਿਹੜਾ ਹੁਣੀ ਆਇਆ ਚੀਮਾ ਮਾਈ ਦਾ okay ਕਿ I think ਉਹ ਜੇਲ੍ਹ 'ਚ ਬੈਠੇ ਕਨਵਰਸੇਸ਼ਨ ਕਰ ਰਹੇ ਆ ਆਪਣੇ ਦੋਸਤ ਨਾਲ ਐਂਡ ਉਸ ਤਰ੍ਹਾਂ ਨੇ ਵੀਡੀਓ ਲਾਈ ਸੀ ਮਜੀ ਗਵਾਈ ਤਾਂ ਗਵਾ ਮਾਰ ਦੇ ਦੱਸ ਕੇਬਲ ਲਵਾਦਾ ਟੀਵੀ ਤੇ ਨਹੀਂ ਵੇਖਣਾ ਤੈਨੂੰ ਜੇਲ੍ਹ 'ਚ ਵੀ ਮਿਲੂਗਾ ਮਾਹੌਲ ਆਪਣਾ ਉਦੋਂ ਪੈਣੀ ਪਹਿਲੀ ਪੇਸ਼ੀਆ ਕੁੜੀ ਕੁੱਤੇ ਮੈਂ ਤੈਨੂੰ ਲੈ ਜਾਣਾ ਡਾਕਿਆ ਤਕਰੀਕ ਉੱਤੋਂ ਮੈਂ ਗੁਰੂਆ ਤੂੰ ਟੈਨਸ਼ਨ ਕਿਉਂ ਲਈ ਜਾਣਾ ਵਾ oh my god it's hilarious ਚੀਮਾ ਬਾਈ ਦੇ ਸਾਰੇ ਗਾਣੇ ਆ ਪ੍ਰੈਡਿਕਸ਼ਨਸ ਕਰਦੇ ਵਿੱਚ ਚੀਮਾ ਬਾਈ ਦੀ ਇੱਕ ਪ੍ਰੈਡਿਕਸ਼ਨ ਆ ਵੀ ਕਰ ਦੋ ਮੇਰਾ ਚੈਨਲ ਚੱਲ ਜਾਏ ਇਹ ਆਪਾਂ ਪ੍ਰੈਡਿਕਸ਼ਨ ਕਰਦੇ ਵੀ ਚੈਨਲ ਚੱਲੂਗਾ ਚੀਮਾ ਬਾਈ ਜੀ ਨੂੰ ਗਾਣੇ ਛੱਡ ਕੇ ਬਾਬਾ ਬਣ ਜਾਣਾ ਚਾਹੀਦਾ ਹਣਾ yeah ਚੀਮਾ ਬਾਈ ਬਾਬਾ ਬਾਈ ਬਾਬਾ oh right ਯਾਨੀ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਚੀਮਾ ਬਾਈ ਵੀ ਵਧੀਆ ਗਾਣੇ ਲਿਖਦੇ yeah ਯਾ ਟ੍ਰੈਂਡੀ ਗਾਣੇ ਚ ਆ ਗਏ ਹੋਗੇ oh yeah so I really like his music ਮੈਨੂੰ ਗੁਰਸਿੱਧੂ ਦਾ music ਵੈਸੇ in general ਬਹੁਤ ਪਸੰਦ ਆ okay yeah so who's your I know Arjun Tito but who are the next ones ਉਹਨਾਂ ਤੋਂ ਬਾਅਦ so very difficult question because difficult ਮਤਲਬ ਹਾਂਜੀ ਆਪਾਂ ਇੱਕ ਐਵੇਂ ਦਾ ਜਵਾਬ ਨਹੀਂ ਦੇਣਾ ਕਿ ਬਈ ਆ ਪਸੰਦ ਨਹੀਂ ਸਾਨੂੰ ਆ ਦੱਸੋ ਪਸੰਦ ਕੌਣ ਆ ਉਹ ਮੂਡ ਤੇ ਡਿਪੈਂਡ ਕਰਦਾ ਨਾ ਹੁਣ ਕਈ ਵਾਰੀ ਜੇ ਆਪਾਂ ਜਿਮ ਦੇ ਵਿੱਚ ਜਾ ਰਹੇ ਆ ਉੱਥੇ ਫਿਰ ਵਾਜ਼ਰ ਚੱਲਦਾ ਯੈਸ ਸਿੱਧੂ ਚੱਲਦਾ ਹਨਾ ਯੈਸ ਤੇ ਜੇ ਕਿਤੇ ਲੇਟ ਨਾਈਟ ਡਰਾਈਵ ਹੋਵੇ ਉੱਥੇ ਸਰਤਾਜ ਚੱਲਦਾ oh yeah in general ਆਪਾਂ ਦਲਜੀਤ ਨੂੰ ਬਹੁਤ ਸੁਣੀਦਾ ਰੀਸੈਂਟਲੀ ਉਹਨਾਂ ਤੋਂ ਬਾਅਦ ਉਹ ਤਾਂ ਮੈਨੂੰ ਲੱਗਦਾ ਸਾਰੀ ਪੰਜਾਬੀ ਕਮਿਊਨਿਟੀ ਸੁਣਦੀ ਆ ਹਾਂ ਦਲਜੀਤ ਨੂੰ ਸੁਣੀਦਾ ਨਿਰਵੈਰਪਨ ਨੂੰ ਕਰਨ ਔਜਲਾ ਨੂੰ ਇੱਕ ਬੇਨਤੀ ਆ ਮੈਨੂੰ ਪੈਗਾ ਜੋ ਇੱਥੇ ਤੁਹਾਡੇ ਬਹੁਤ ਫੈਨ ਬਹੁਤ ਜ਼ਿਆਦਾ ਉਡੀਕ ਰਹੇ and I'm not kidding ਬਹੁਤ ਜ਼ਿਆਦਾ ਲੋਕੀ ਸੁਣਦੇ ਆ ਸੋ ਕਾਫੀ ਜਣੇ ਤਾਂ ਇਦਾਂ ਹੁੰਦੇ ਜਿਹੜੇ ਟਿਕਟਾਂ ਲੈ ਕੇ ਟੋਰਾਂਟੋ ਜਾਂਦੇ ਸ਼ੋਅ ਦੇਖਣ ਹਾਂ ਸਹੀ ਚ ਮੇਰੇ ਬਹੁਤ ਫਰੈਂਡਸ ਗਏ ਸੀ ਰਾਈਟ ਸੋ ਜਾਂ ਤਾਂ ਵਿੰਡਰਪੈਗ ਆ ਜਾਓ ਜਾਂ ਫਿਰ ਸਾਡੀਆਂ ਟਿਕਟਾਂ ਕਰਾ ਦਿਓ ਸਹੀ ਗੱਲ ਆ ਕਿ ਜਿਵੇਂ ਆਪਾਂ ਕਹਿ ਰਹੇ ਸੀਗੇ ਕਿ ਆਪਾਂ ਨੂੰ ਨਵੀਂ ਚੀਜ਼ ਚਾਹੀਦੀ ਹੈ ਕੋਈ ਪੁਰਾਣੀ ਗੱਲਾਂ ਸੁਣ ਕੇ ਬੋਰ ਹੋ ਜਾਂਦੇ ਆ I was thinking ਕਿ ਇੰਨਾ ਜ਼ਿਆਦਾ attention span ਘਟ ਗਿਆ ਹੈ right ਕਿ you always needed like a new thing all the time how do you feel about that are you like that as well ਕਿ ਮੈਨੂੰ ਕੋਈ ਨਵਾਂ ਚਾਹੀਦਾ ਮੈਂ ਬੋਰ ਹੋ ਜਾਂਦਾ ਛੇਤੀ ਕੰਮ ਹੋ ਗਿਆ ਜਾਂ ਕੁਝ ਵੀ ਹੋ ਗਿਆ no it's always ਕਿ to do list ਬਣਾਈ ਜਾਣੀ ਆਪਾਂ list ਤੇ add on ਹੋਈ ਜਾਣਾ ਕੰਮ okay but always like up to something new ਕੋਈ ਹੋਰ ਨਵੀਂ ਚੀਜ਼ ਹੁਣ ਦੇਖ ਲਓ ਆਪਾਂ ਨਵਾਂ ਟ੍ਰੈਂਡ ਸ਼ੁਰੂ ਕਰ ਰਹੇ ਹਾਂ ਟ੍ਰੈਂਡ ਆਪਾਂ ਕੰਟੀਨਿਊ ਕਰ ਰਹੇ ਹਾਂ ਮੈਂ ਕਹੂੰਗੀ ਸਿਮਰਜੀਤ ਨੇ ਟ੍ਰੈਂਡ ਸ਼ੁਰੂ ਕੀਤਾ ਸੀ ਕਾਰਪੂਲ ਕੈਰੀਓਕੇ ਨਾਲ so I really got inspired by that and as well Mashable India it's a page India ਤੋਂ ਕਰਦੇ ਆ ਉਹ mostly Bombay ਤੇ I like their podcasts as well ਤਾਂ ਮੈਂ ਉੱਥੋਂ ਇੰਸਪਾਇਰ ਹੋ ਕੇ ਸ਼ੁਰੂ ਕੀਤਾ ਤਾਂ I think ਪੰਜਾਬੀਆਂ ਨੂੰ ਗੇੜੀ ਬਹੁਤ ਜ਼ਿਆਦਾ ਪਸੰਦ ਆ ਆਪਾਂ ਨੂੰ ਜਦ ਚਲੋ ਜੀ ਕਿਤੇ ਚੱਲਦੇ ਆ ਖਾ ਲਈਏ ਪੀ ਲਈਏ ਗੇੜੀ ਗੁੜੀ ਮਾਰ ਲਈਏ ਗਾਣੇ ਸੁਣ ਲਈਏ so I think that aligns well with me right and it gives me peace I think that's the prison na ਹਾਂਜੀ ਇੱਥੇ ਆਪਾਂ ਬਿਲਕੁਲ ਨਹੀਂ ਜਾਣਾ I think ਬੰਦਾ ਭੱਜਿਆ ਵੀ ਸੀ ਉਹਨੇ ਰੀਸਨ ਸੋ ਮੈਨੂੰ ਪਤਾ ਲੱਗਿਆ ਕਿ ਜੇਲ੍ਹ ਚੋਂ ਬੰਦੇ ਭੱਜਦੇ ਰਹਿੰਦੇ ਆ ਇੱਥੇ ਨਹੀਂ ਤਾਂ ਹਾਂ ਹਾਂਜੀ ਤੁਹਾਨੂੰ ਪਤਾ ਹੋਣਾ I know someone that works at the jail works ਤੇ ਉਹ ਦੱਸਦੇ ਕਿ ਇੱਥੇ ਕਈ ਜਿਵੇਂ ਰੈਗੂਲਰ ਘਰਾਂ ਦੇ ਵਿੱਚ ਲੋਕ ਜਿਹੜੇ ਲੋ ਸਿਕਿਉਰਿਟੀ ਦੇ ਵਿੱਚ ਆ they live like a regular citizen they just can't go off their property right okay so recently ਜਿਹੜਾ ਬੰਦਾ ਭੱਜਿਆ ਸੀਗਾ ਉਹ ਕੇਸ ਇਦਾਂ ਸੀ ਕਿ ਬੰਦਾ ਸਲਰਪੀ ਲੈਣ ਵਾਸਤੇ 7-Eleven ਚਲਾ ਗਿਆ ਸੀ what yeah ਸਲਰਪੀ ਲੈਣ ਵਾਸਤੇ the next day ਵਾਪਸ ਵੀ ਆ ਗਿਆ ਸੀਗਾ are you kidding me yeah so ਯਾਰ ਜਨਤਾ ਸਲਰਪੀ ਕਰਕੇ ਭੱਜਦੀ ਹੈ oh my god honestly ਜੇ ਵਿਨਿਪੈਗ ਵਰਗਾ ਵੈਦਰ ਹੋਵੇ ਪੂਰੀ ਧੁੱਪ ਹੋਵੇ ਤਾਂ ਸਲਰਪੀ ਵਾਸਤੇ ਭੱਜਣਾ ਪੈਂਦਾ ਹਾਂ ਇਹ ਤਾਂ ਹੈ because Winnipeg is the slurpee capital of the world yes okay मैं जानना चाहती हूँ हिंदी कितनी को दिया बोल रहे हो मैं हिंदी में और उर्दू में गुफ्तगू बहुत अच्छी कर लेता हूँ ओके ओके अच्छी बात है हाँ क्या ये मुझे नहीं पता था कि आपको अच्छी हिंदी बोलनी आती है कई बार होता था कि सरदार बंदा देख के या मेरे पापा दी हिंदी कोई सुनेगा तो बेहोश हो जाएगा जिवें मूवी च कहने भैया पंजाबी बोलदा मैं मेरे पापा हिंदी बोलदे आ हाँ कि कहते दारा सिंह अंदरों दी दारा सिंह निकल आंदा या
पर नहीं हिंदी अच्छी बोल लेता हूँ, कई बार लोग चौंक जाते हैं मेरी हिंदी सुन के। मैं चौंक रही हूँ इस टाइम पे। So, I'm impressed. हिंदी कहाँ से सीखी आपने? मूवी से या हाँ मूवीज हो गए, गाने हो गए, उनसे सीखी थी। गाने हो गए? हाँ पंजाबी बीच में आई गई। हिंदी संगीत हिंदी संगीत। ਉਹ ਆਪਾਂ ਪੰਜਾਬੀ ਤੇ ਆਏ ਨੇ ਆਫਟਰ ਆਲ ਪ੍ਰਾਊਡ ਟੂ ਬੀ ਪੰਜਾਬੀ Yes. ਬਟ ਨਹੀਂ ਕੀ ਕਹਿੰਦੇ ਉਹ ਗਰੋਇੰਗ ਅਪ ਤੁਹਾਨੂੰ ਉੱਥੇ ਇੰਡੀਆ ਚ ਪੰਜਾਬੀ ਹਿੰਦੀ ਮਰਾਠੀ ਉਹ ਸਾਰਾ ਕੁਝ ਸਿੱਖਣਾ ਹੀ ਪੈਂਦਾ ਡਿਪੈਂਡਿੰਗ ਦ ਸਟੇਟ ਯੂ ਆਰ ਇਨ। Yes. ਤੇ ਜਦੋਂ ਮੈਂ ਇੱਥੇ ਮੂਵ ਹੋਇਆ ਸੀਗਾ ਇੱਥੇ ਮੈਂ ਜਿਹੜੇ ਇੰਡੀਅਨ ਜਾਂ ਮੋਸਟਲੀ ਪੰਜਾਬੀ ਸੀਗੇ ਉਹਨਾਂ ਨੂੰ ਪੰਜਾਬੀ ਹੀ ਆਉਂਦੀ ਸੀਗੀ Yeah. ਰਾਈਟ। ਸੋ ਉਹ ਜਦੋਂ ਮੈਨੂੰ ਹਿੰਦੀ ਬੋਲਦੇ ਸੁਣਦੇ ਸੀ ਤਾਂ ਹੱਸਦੇ ਸੀ। Oh. ਫਨ ਫੈਕਟ ਮੈਂ ਪੰਜਾਬੀ ਪੜ੍ਹਨੀ ਤੇ ਲਿਖਣੀ ਇੱਥੇ ਆ ਕੇ ਸਿੱਖੀ। Wow. Yeah. Okay. ਸੋ ਬੈਕ ਹੋਮ ਪੰਜਾਬੀ ਆ ਹਿੰਦੀ ਲਾਈਕ ਹਿੰਦੀ ਸਿੱਖੀ ਸੀ ਪੜ੍ਹਨੀ ਲਿਖਣੀ ਤੇ ਸਕੂਲ ਦੇ ਵਿੱਚ ਸੀਗਾ ਤੇ ਕੀ ਕਹਿੰਦੇ ਆ ਘਰੇ ਪੰਜਾਬੀ ਬੋਲਦੇ ਸੀ ਤਾਂ ਕਰਕੇ ਪੰਜਾਬੀ ਤਾਂ ਪੰਜਾਬੀ ਆਉਂਦੀ ਸੀ। ਆਉਂਦੀ ਸੀ ਬਟ ਸਕੂਲ ਦੇ ਵਿੱਚ ਫੋਰਮਲੀ ਕਦੇ ਸਿੱਖੀ ਨਹੀਂ। Okay. ਦੈਟਸ ਵਨ ਥਿੰਗ ਆਈ ਗੈਸ ਕੈਨੇਡਾ ਮੂਵ ਹੋਣ ਤੋਂ ਬਾਅਦ ਜਿਵੇਂ ਕਿ ਅਸੀਂ ਕਲਚਰ ਸ਼ੌਕ ਆਉਂਦਾ ਹਾਂਜੀ। ਇੱਕ ਆਈਡੈਂਟਿਟੀ ਸ਼ੌਕ ਆਉਂਦਾ ਕਿ am I Indian, am I Canadian? Philosophical होती था No, yeah. मैं क्या हूँ? नहीं, but okay, how was that for you? The identity crisis? Yes. Because I'm sure that to see you were in school, right? जी। The first day of, not even first day, like the first few months or first year. How was that? एक अपने आप को establish करना कि I'm a Canadian now है ना। And कई बार तो अपनी identity prove करनी पड़े जैसे कि I came to Canada. Yeah, because you still like carry that proud legacy that like I'm from India and ਹਾਂਜੀ। those values, right? ਜਿੱਥੇ ਕ੍ਰਿਕਟ ਖੇਡਦੇ ਆਏ ਹੋ ਇੱਥੇ ਆ ਕੇ ਤੁਹਾਨੂੰ ਬੇਸਬਾਲ ਦਾ ਬੈਟ ਫੜਾ ਦਿੱਤਾ ਜਾਂਦਾ ਜਾਂ ਆਈਸ ਹਾਕੀ ਦੀ ਸਟਿਕ ਉਹ ਸੋ ਆਪਣੇ ਆਪ ਨੂੰ ਫਿਰ ਕਿੱਥੇ ਆਈਪੀਐਲ ਦੇਖਦੇ ਸੀਗੇ ਹੁਣ ਐਨਐਚਐਲ ਦੇਖਣਾ ਸੋ ਹੁਣ ਵੀ It's all about ਆਈਪੀਐਲ fitting in, right? yeah it's all about fitting in for sure Yeah. ਹੁਣ ਵੀ ਆਈਪੀਐਲ ਦੇਖੀਦਾ Kings 11 ਪੰਜਾਬ I mean ਪੰਜਾਬ Kings Yes. Shreyas Iyer? next year Yes. ਹਨਾ ਯਾਰ ਮੈਨੂੰ ਧੱਕਾ ਹੋਇਆ ਯਾਰ ਮੈਂ ਬਹੁਤ ਨਹੀਂ ਜ਼ਿਆਦਾ ਅਸੀਂ ਇਕੱਠੇ ਸੀਗੇ ਫਾਈਨਲਸ ਤੇ bro we remember watching it ਹਾਂ ਆਈ ਟੈਕਸਟ ਚੱਲ ਰਿਹਾ ਹੈ ਜਿੱਤਣਾ ਹੈ ਜਿਤਨਾ ਮੈਨੀਫੈਸਟ ਕਰ ਰਹੇ ਸੀਗੇ ਬਟ ਜਿਵੇਂ ਦਾ ਖੇਲੇ ਇਸ ਵਾਰੀ Last ਮੇਰੇ ਲਈ ਤਾਂ ਜਿੱਤ ਗਏ ਮੇਰੇ ਲਈ ਵੀ ਐਂਡ ਮੋਮੈਂਟ ਤੱਕ amazing ਲਾਸਟ ਬਾਲ ਤੱਕ ਕੋਈ ਪਾਣੀ ਸੀ ਕਿਹੜੇ ਪਾਸੇ yeah ਜਾ ਸਕਦੇ so coming back to transitioning I think ਬੱਚਿਆਂ ਵਾਸਤੇ ਥੋੜਾ ਮੈਂ ਆਸਾਨ ਨਹੀਂ ਕਹੂੰਗੀ ਥੋੜਾ ਜਿਹਾ ਪੇਰੈਂਟਸ ਨਾਲ ਆਸਾਨ ਹੋ ਜਾਂਦਾ ਹੋਣਾ ਬਹੁਤ because they are set in their ways right ਜੀ ਇੱਕ ਐਡਲਟ ਹੋ ਕੇ ਆਣਾ ਇੱਧਰ ਜੀ ਤੇ ਇੱਕ ਬੱਚੇ ਹੋ ਕੇ ਜਾਂ ਇਵਨ ਕਿ ਤੁਸੀਂ ਜੇ ਆਪਣੇ 19-20 ਸਾਲ 'ਚ ਵੀ ਆ ਰਹੇ ਹੋ that's different than coming when you are like in your 30s 40s or 50s ਡੈਫੀਨਿਟਲੀ like ਤੁਸੀਂ ਉਹਨਾਂ ਨੂੰ ਦੇਖਿਆ ਹੋਣਾ ਹਨਾ ਪੇਰੈਂਟਸ ਨੂੰ ਕਿ ਬਈ ਉਹ ਟਰਾਈ ਕਰ ਰਹੇ ਆ they are trying their best or working hard how was that ਉਹ ਇੱਕ I think ਇੱਕ ਹੋਰ ਲੈਵਲ ਤੁਹਾਡੇ ਤੇ ਐਡ ਕਰਨਾ that you have to excel in like you have to pay back to them for their hard work, the sacrifices that they made. But at the same time, ਮੇਰੇ ਪੇਰੈਂਟਸ ਨੂੰ ਮੇਰੇ ਲਈ ਬਹੁਤ ਸਪੋਰਟ ਵੀ ਸੀਗਾ yeah ਕਿ ਮੇਰੇ ਨਾਲ ਕੋਈ ਤਾਂ ਹੈ ਜਿਹੜਾ ਖੜਾ ਕਿਉਂਕਿ ਕਾਫੀ ਸਾਰੇ ਮੇਰੇ ਫਰੈਂਡਸ ਜਿਹੜੇ 18-19 ਸਾਲ ਦੇ ਵਿੱਚ ਮੂਵ ਹੋਏ ਸੀ ਇੱਥੇ they had no one, no backing, no relatives, fresh country, fresh start. yeah So definitely parents are like बहुत sports and it's always motivated कि make sure that they feel proud. yeah Right. and you are making them proud what you've done for yourself yeah Thank you. I had to ask you ਹਾਂਜੀ what's like one thing that you're working towards like in life what's one thing that you really want like एक achievement that you're like यार ये मिल जाए ਤਾਂ I'll be like the happiest person in the world ਇਹ ਮਿਲ ਜਾਏ ਜਾਂ ਇਹ ਹੋ ਜਾਏ ਮੇਰੇ ਨਾਲ ਜਾਂ ਮੈਂ ਇਹ ਬਣ ਜਾਵਾਂ something like you desperately work towards or you want I think ਉਹ goal ਹਮੇਸ਼ਾ change ਹੁੰਦਾ ਰਹਿੰਦਾ okay ਹਾਂ ਉਹ
ਅੱਜ ਤੋਂ ਸਾਲ ਪਹਿਲਾਂ ਜੇ ਤੁਸੀਂ ਮੈਨੂੰ ਪੁੱਛਦੇ ਜਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਸੀਗਾ ਆਈ ਥਿੰਕ ਉਸ ਟਾਈਮ ਗੋਲ ਹੋਣਾ ਸੀ ਕਿ ਪ੍ਰੈਜ਼ੀਡੈਂਟ President. Oh yeah. ਹਨਾ Yeah. ਸੋ ਇੱਕ ਬੰਦੇ ਦੀ ਕਨਸਟੈਂਟ ਹੰਗਰ ਹੁੰਦੀ ਹੈ ਕਿ ਮੈਂ what's next Okay. so I guess the ultimate goal would be ਕਿ ਜਦੋਂ satisfaction ਮਿਲ ਜੇ ਕਿ ਹੋਰ ਕੁਝ ਨਹੀਂ ਕੀਤਾ ਉਹ ਹਲੇ ਆਈ ਨਹੀਂ ਹੈ ਸੋ ਆਪਾਂ ਆਣੀ ਵੀ ਚਾਹੀਦੀ ਹਾਂ। we are in our 20s ਯਾਰ ਆਪਾਂ ਨੂੰ ਕਰਨਾ ਹੈ ਬਹੁਤ ਕੁਝ ਕਰਨਾ ਅੱਗੇ ਬਹੁਤ ਲਾਈਫ ਕੁਝ 'ਚ ਕਰਨਾ ਉਹ ਹੰਗਰ ਹੋਣੀ ਚਾਹੀਦੀ ਆ ਉਹ ਯਾਰ ਦੁਨੀਆ ਜਿੱਤਣ ਆਇਆ ਸਹੀ ਗੱਲ ਹੈ ਤੈਨੂੰ ਨਹੀਂ ਸੋ ਤਾਂ ਕਰਕੇ ਇਟਸ that's constant ਉਹ yes constantly ਰਹਿੰਦਾ ਕਿ ਤੁਸੀਂ what's the next goal I think everyone has those seasons ਹਾਂਜੀ and oh yeah अपना every day should be you're taking a ladder and improving yourself that's the way I see it so I guess end goal ਹਾਲੇ ਤੱਕ ਕੁਝ ਸੋਚਿਆ ਨਹੀਂ ਹੈ ਚਲੋ ਐਂਡ ਨਹੀਂ ਤਾਂ ਹੁਣ ਮਤਲਬ this season as president ਹਾਂਜੀ, ਪ੍ਰਭ ਨੂੰ president ਹੈ ਨਾ what's your next step or goal that you want to achieve through this role as presidency I think Yeah. ਇੱਕ issue ਸੀਗਾ ਜਿਹੜਾ provincially ਆਪਣੇ international students healthcare ਦਾ yes I remember you yeah so Yeah. we've been working really hard towards that mm-hmm. fun fact prior to this ਆਪਣਾ podcast I Yeah. was actually attending this town hall by a local MLA okay ਤੇ ਉੱਥੇ ਉਹਨਾਂ ਨੂੰ ਪੁੱਛਣ ਗਿਆ ਸੀਗਾ regarding updates for this okay so that's a professional goal ਕਹਿ ਲਓ ਕਿ is just reinstating that international students healthcare in the provincial plan ਤਾਂ ਕਿ ਜੇ ਕੋਈ ਵੀ ਆਪਣੇ ਭਾਵੇਂ ਪੰਜਾਬ ਤੇ across the world ਕਿਤੋਂ ਵੀ ਕੋਈ student ਇੱਥੇ ਕੈਨੇਡਾ ਆਉਂਦਾ they ਹਾਂਜੀ don't have to worry about paying for their healthcare out of pocket or yeah no one should yeah so ਉਹ ਇੱਕ professional goal ਹੈਗਾ good luck on that thank you so much I know ਬਹੁਤ ਔਖਾ ਯਾਰ being an international student here or even being an immigrant in general ਜੀ it's just so hard ਤੁਹਾਡਾ ਕੀ goal ਹੈਗਾ ਮੇਰਾ podcast ਚੱਲ ਜਾਏ ਇਹ ਤਾਂ ਚੱਲਣਾ ਹੀ ਆ Yeah. ਇਹ ਆਪਾਂ ਤੁਹਾਨੂੰ assurance ਦਿੰਦੇ ਹਾਂ what my goal is ki I just be better than what I was yesterday definitely and I just don't want to regret anything that I think about ਕਿ ਜੇ ਮੈਂ ਸੋਚਦਾ ਕਿ ਯਾਰ ਆ ਕਰਕੇ ਦੇਖੀਏ ਤਾਂ ਮੈਂ ਕਰਕੇ ਦੇਖਣਾ even ਕਿ ਹੁਣ podcast ਦਾ ਮੈਂ ਸੋਚਿਆ ਸੀ it was just a random idea ਕਿ ਕਰ ਸਕਦੇ ਆ I just gave it a thought I spoke about it with one person right and he was like yeah ਕਰਕੇ ਦੇਖੋ ਤੇ ਮੈਂ ਕਰਕੇ ਦੇਖ ਰਹੀ ਹਾਂ let's see how it goes perfect Yeah. ਨਹੀਂ ਵਧੀਆ ਚੀਜ਼ I don't want to regret ਕਿ ਹਾਂ ਵੀ ਮੈਂ ਸੋਚਿਆ ਸੀ ਤੇ ਕੀਤਾ ਨਹੀਂ you know so living life with no regrets yes ਲਾਈਫ ਬਹੁਤ ਛੋਟੀ ਹੈ ਜੇ ਰੱਬ ਨੇ ਬਹੁਤ ਬਲੇਸਿੰਗਸ ਦਿੱਤੀਆਂ ਨੇ I feel very privileged I feel very very blessed I'm lucky enough ਕਿ ਮੈਂ ਸਭ ਕੁਝ ਕਰ ਸਕਦੀ ਹਾਂ so why not Yeah. I think that's one thing I want to learn this season is to live with no regrets ਕਿ ਜੋ ਦਿਲ ਚਾਹੁੰਦਾ ਕਰ ਲਓ ਕਿਸੇ ਦਾ ਬੁਰਾ ਨਾ ਕਰੋ ਹਾਂ ਕਿਸੇ ਦਾ ਬੁਰਾ ਨਾ ਯਾ ਆਬਵੀਅਸਲੀ ਇਹ ਨਹੀਂ ਕਿ ਮਨ ਕਰ ਰਿਹਾ ਕਿ ਜਾ ਕੇ ਕਿਸੇ ਨੂੰ ਮੂੰਹ ਭੰਨਾ ਮਨ ਕਰੇ ਵੀ ਬੈਂਕ ਲੁੱਟ ਲਈ ਹਾਂ ਉਹ ਮੇਰਾ ਬਹੁਤ ਮਨ ਕਰਦਾ ਮੇਰਾ ਆਪਾਂ ਕਰ ਨਹੀਂ ਸਕਦੇ ਯਾ ਕਾਨੂੰਨ ਆਇਆ ਵਿੱਚ Yeah. ਬਟ ਨਹੀਂ ਜੇ ਕੋਈ ਵੀ ਚੀਜ਼ ਦਿਲ ਨਾਲ ਕਰ ਲਓ ਲਿਵ ਫॉर yourself in the sense ਕਿ ਆਪਣੇ ਆਪ ਦਬ ਕੇ ਨਹੀਂ ਰਹਿਣਾ ਦਬ-ਦਬ। ਸੋਚ ਕੇ ਨਹੀਂ ਕਿ ਬਈ ਹਾਏ ਐਦਾਂ ਹਾਏ ਓਦਾਂ ਲੋਕੀ ਕੀ ਕਹਿਣਗੇ? ਲੋਕ ਕੀ ਕਹਿਣਗੇ yeah one of the few reasons ਮੈਂ ਇੱਥੇ ਆਈ ਸੀ is ਕਿ ਬਈ ਇੰਡੀਆ ਇੰਨਾ ਪ੍ਰੈਸ਼ਰ ਹੈ ਨਾ ਇਸ ਚੀਜ਼ ਦਾ ਕਿ ਲੋਕ ਕੀ ਕਹਿਣਗੇ societal pressure Yeah. not just on like people in our generation ਜਿਹੜੇ ਆਪਣੀ ਪੇਰੈਂਟਸ ਆ ਉਹਨਾਂ ਤੇ ਜ਼ਿਆਦਾ ਪ੍ਰੈਸ਼ਰ ਹੈ ਹਾਂ ਉਹ ਵਿਚਾਰੇ ਲੈਣਾ ਵੀ ਨਾ ਚਾਹਣ ਉਹਨਾਂ ਤੇ ਪ੍ਰੈਸ਼ਰ ਆ ਜਾਂਦਾ ਬਿਕਾਜ਼ ਉਹਨਾਂ ਨੇ ਉਹ ਦੇਖੀਆਂ ਚੀਜ਼ਾਂ ਆਪਣੀ ਲਾਈਫ 'ਚ ਬਿਲਕੁਲ that's how they've been ਬਿਲकुल yeah I think our So- generation is working towards breaking that breaking that yes ਹਾਲਾਂਕਿ ਲੋਕੀ ਕੀ ਕਹਿਣਗੇ It's a generational trauma that needs to be broken and I'm so happy I see a lot of people doing it. But- Not just back ਇੱਥੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਯਾਰ ਮੈਂ ਇੱਥੇ ਦੇ ਬੱਚੇ born ਤੇ brought up ਆ ਉਹਨਾਂ ਨੂੰ ਦੇਖਦੀ ਆ ਉਹਨਾਂ ਦੀ ਫੈਮਿਲੀਜ਼ 'ਚ ਕੀ ਹਾਏ ਤੇਰੀ ਚਾਚੀ ਇੱਥੇ ਰਹਿੰਦੀ ਹੈ ਤੇਰੀ ਤਾਈ ਇੱਥੇ ਰਹਿੰਦੀ ਹੈ ਉਹਨਾਂ ਨੇ ਤੈਨੂੰ ਕਿਤੇ ਘੁੰਮਦੇ ਨੂੰ ਦੇਖ ਲਿਆ ਤੇਰਾ ਕਜ਼ਨ ਆ ਪੜ ਰਿਹਾ this yeah ਤੂੰ ਸਕੂਲੇ ਨਹੀਂ ਲੱਗਾ ਔਰ ਤੂੰ ਆ ਨਹੀਂ ਕਰ ਰਿਹਾ ਤੇਰਾ ਕਜ਼ਨ ਇਸ ਜੌਬ ਕਰਦਾ ਤੂੰ ਸਾਈਕੋਲੋਜੀ ਨਹੀਂ ਕਰਨੀ ਮੁੰਡਿਆ ਤੂੰ ਇੰਜੀਨੀਅਰਿੰਗ ਹੀ ਕਰੇਗਾ ਹਾਂ yeah I've seen that happen a lot ਮੈਨੂੰ ਲੱਗਦਾ ਸਿਰਫ ਇੰਡੀਆ 'ਚ ਹੁੰਦਾ ਬਟ ਨਹੀਂ ਇੱਥੇ ਵੀ ਬਹੁਤ ਜ਼ਿਆਦਾ ਕਾਮਨ ਹੈ ਤੇ ਆਈ ਥਿੰਕ ਮੋਰ ਪ੍ਰੈਸ਼ਰ ਜ਼ਿਆਦਾ ਵੀ ਹੈ ਬਿਕਾਜ਼ ਆਪਣੀ ਕਮਿਊਨਿਟੀ ਸਮਾਲ ਆ ਤੇ ਇਟਸ ਲਾਈਕ ਸਮਾਲਰ ਦ ਏਰੀਆ ਬਿਗਰ ਦ ਪ੍ਰੈਸ਼ਰ ਬਿਲਕੁਲ ਸੋ yeah that's like the one phrase that I hate na कि ਲੋਕੀ ਕੀ ਲੋਕੀ ਕਹਿਣਗੇ ਕੀ like ਕਹਿਣਗੇ। ਲੋਕਾਂ ਨੇ ਤਾਂ ਕਹਿਣਾ ਹੀ ਆ ਲੋਕੋ ਦਾ ਕੰਮ ਹੈ ਕਹਿਣਾ ਲੋਕਾਂ ਦਾ ਕੰਮ ਹੈ ਕਹਿਣਾ ਤੇ ਇੱਕ ਹੋਰ ਗੱਲ ਜਿਹਨਾਂ ਲੋਕਾਂ ਦੀ ਆਪਾਂ ਸੋਚ ਰਹੇ ਹਾਂ ਨਾ yeah ਉਹਨਾਂ ਦੇ ਲਾਈਫ 'ਚ ਇੰਨੀਆਂ ਪ੍ਰੋਬਲਮਸ ਹੈ ਜੀ ਉਹਨਾਂ ਨੇ ਅੱਜ ਗੱਲ ਕਰਨਾ ਉਹਨਾਂ ਨੇ ਕੱਲ ਭੁੱਲ ਜਾਣਾ ਤੇ that's ਜੇ what ਨਹੀਂ ਵੀ ਭੁੱਲਦੇ ਨਾ
it doesn't matter ਉਹ ਤੁਹਾਡੀ ਲਾਈਫ 'ਚ ਮੈਟਰ ਨਹੀਂ ਕਰਦੇ I think ਆਪਾਂ ਜਾਂ ਐਮਫੈਸਾਈਜ਼ ਪਾਉਂਦੇ ਕਿ ਮੂਰਲਾ ਬੰਦਾ ਕੀ ਸੋਚੂਗਾ ਰਾਈਟ yeah ਬਟ ਮੂਰਲਾ ਬੰਦਾ ਆਪਣੀ ਲਾਈਫ 'ਚ ਇੰਨਾ ਬਿਜ਼ੀ ਇੰਨਾ ਹੁੰਦਾ ਬਿਜ਼ੀ ਹੁੰਦਾ ਸਹੀ ਗੱਲ ਜਿਹਨੂੰ ਪਰਵਾਹ ਹੀ ਨਹੀਂ ਕਿ ਆਪਾਂ ਕੀ ਕਰ ਰਹੇ ਹਾਂ ਸੋ ਕਿਸੇ ਨੂੰ ਫਰਕ ਨਹੀਂ ਪੈਂਦਾ ਤੁਹਾਡੀ ਕੁੜੀ ਕਿਹਨੂੰ ਡੇਟ ਕਰ ਰਹੀ ਆ Yeah. ਉਹਨਾਂ ਨੂੰ ਫਰਕ ਪੈਂਦਾ ਸਾਡੀ ਕਿਤੇ ਹੋਰ ਨਾ ਕਰ ਲਵੇ ਉਹਨਾਂ ਨੂੰ ਆਪਣੀ ਦੀ ਟੈਨਸ਼ਨ ਹੈ ਸੋ ਯਾ oh yeah like live life to your fullest ਯੈਸ live with no regrets ਯਾ apologize where you can ਯਾ ਜਿੱਥੇ ਗਲਤ ਹੈ ਕਿ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਅਕਾਊਂਟੇਬਿਲਿਟੀ ਇਜ਼ ਸੋ ਇੰਪੋਰਟੈਂਟ ਮਾਫੀ ਮੰਗ ਕੇ ਕੋਈ ਵੀ ਨੀਵਾ ਨਹੀਂ ਹੁੰਦਾ ਨੀਵਾ ਨਹੀਂ ਹੁੰਦਾ ਸਹੀ ਗੱਲ ਆ ਸੋ ਜਿੱਥੇ ਗਲਤ ਆਪਣੀ ਕਮਿਊਨਿਟੀ 'ਚ ਹੁੰਦਾ ਕਿ ਹਾਏ ਸੌਰੀ ਨਹੀਂ ਬੋਲੂੰਗਾ ਹਾਏ ਮੈਨ ਮੁੰਡਿਓ ਸੌਰੀ ਬੋਲਣਾ ਮਾੜੀ ਚੀਜ਼ ਨਹੀਂ ਹੁੰਦੀ ਇੱਕ ਅੱਧੀ ਵਾਰ ਬੋਲ ਦੇਣਾ ਚਾਹੀਦਾ ਬਟ ਡੂ ਯੂ ਪਰਸਨਲੀ ਥਿੰਕ ਕਿ where you are right now there are like so many people who see you there are so many eyeballs all the time ਜੀ ਹੈ ਨਾ ਜੇ ਤੁਸੀਂ ਕਿਤੇ ਵਿਨਪੈਕ ਤੇ ਜਾਣਾ ਤੁਹਾਨੂੰ ਕੋਈ ਨਾ ਕੋਈ ਤਾਂ ਮਿਲ ਹੀ ਜਾਊਗਾ ਹੈ ਨਾ Yeah. ਘੁੰਮਦੇ ਫਿਰਦੇ ਤੁਹਾਨੂੰ ਵਧੀਆ ਲੱਗਦੀ ਹੈ ਉਹ ਚੀਜ਼ ਹੈ ਯੂ ਆਰ ਲਾਈਕ ਕਿ ਨਹੀਂ ਯਾਰ ਮੈਨੂੰ ਥੋੜੀ ਤਾਂ ਪ੍ਰਾਈਵੇਸੀ ਚਾਹੀਦੀ ਹੈ ਪ੍ਰਾਈਵੇਸੀ ਮੀਨਿੰਗ ਕਿ like how do you deal with that do you like it you don't like it being a public figure I think yeah I think ਵਿਨਪੈਕ ਚ ਮੁੰਡਾ ਹੈਗਾ ਸੋ ਜਿਹੜੇ ਕਮੈਂਟਾਂ ਚ ਕਹਿਣਗੇ ਮੇਬੀ ਕਿ ਇਹ ਅੱਡੀ ਕਿਹੜੀ ਸ਼ਹਿ ਹੈ ਸਾਡੀ ਵਿਨਪੈਕ ਵਾਸਤੇ ਸ਼ਹਿ ਹੈਗਾ ਮੁੰਡਾ ਧੰਨਵਾਦ ਜੀ I think ਉਹ definitely ਤੁਹਾਨੂੰ you have to live at like everyone kind of puts you at a pedestal yes and ਤੁਹਾਨੂੰ ਹਰ ਵੇਲੇ ਕੀ ਕਹਿੰਦੇ ਆ you have to live up to a certain expectation and ਉਹ roles and responsibilities automatically ਆਣੇ ਤੁਹਾਡੇ ਤੇ but that's where I started liking my own company and privacy ਹੁਣ ਜਦੋਂ ਮੈਂ ਕਿਤੇ for example rural Manitoba ਬਹੁਤ explore ਕਰਦਾ okay so I like going to small towns ਜਿਵੇਂ Winnipeg ਦੇ ਨੇੜੇ St. Andrews ਹੋ ਗਿਆ right yes yes just go there hang around coffee shops or ਉੱਥੇ ਤੇ Walmart ਚ shopping ਕਰ ਲਈ okay ਆ ਵੀ ਕੀਤਾ ਹੋਇਆ ਮੈਂ and fun fact ਮੈਂ ਤਾਂ shopping ਕਰ ਰਿਹਾ ਸੀਗਾ and I came back to Winnipeg ਮੈਨੂੰ university ਚ ਇੱਕ ਮੁੰਡਾ ਮਿਲਿਆ ਕਹਿੰਦਾ ਵੀ were you shopping at St. Andrews Walmart oh my god so ਇਦਾਂ ਦੇ incidents ਵੀ ਹੋਇਆ ਬਟ ਨਿੱਕੇ ਸ਼ਹਿਰਾਂ ਨੂੰ explore ਕਰਨਾ ਉੱਥੇ ਜਿਹੜੀ ਉਹ ਤੁਹਾਨੂੰ ਕੋਈ ਨਹੀਂ ਨਾ ਜਾਣਦਾ ਉਹ vibe ਅਲੱਗ ਹੀ feel ਹੁੰਦੀ and then like when you go to a different city ਹਾਂਜੀ ਉੱਥੇ ਤੁਹਾਨੂੰ ਕੋਈ ਨਹੀਂ ਜਾਣਦਾ so ਉੱਥੇ ਫਿਰ ਇਹ ਹੁੰਦਾ ਕਿ ਜੇ ਮੈਂ for example I don't know they happened in real life Calgary ਦੇ ਵਿੱਚ I drove on the wrong side of the road ooh ਆ okay ਕਰਨਾ ਤੇ fortunately ਕਹਿ ਲੋ ਫੜੇ ਨਹੀਂ ਗਏ ਹਾਂਜੀ ਬਟ ਉਹ ਕੋਰ ਮੈਮਰੀ ਬਣ ਗਈ ਸੀ right ਹਾਂ ਕੋਈ ਸੀਗਾ ਨਹੀਂ ਦੱਸਣ ਨੂੰ ਵੀ ਕੋਈ ਸੀਗਾ ਨਹੀਂ and no one knew ਕਿ ਯੂਨੀਵਰਸਿਟੀ ਦਾ ਪ੍ਰਧਾਨ ਗਲਤ ਪਾਸੇ ਗੱਡੀ ਚਲਾਈ ਜਾਂਦਾ ਆ yeah so do you sorry no, go on I was saying do you feel the pressure ਕਿ ਹੁਣ ਤੁਸੀਂ ਕਿਹਾ ਯੂਨੀਵਰਸਿਟੀ ਦਾ ਪ੍ਰਧਾਨ ਹੈ ਨਾ ਜੀ do you feel the pressure to always be or do the right thing or just be perceived as the right person and not do any wrong yeah I think so but ਉਹ 'ਚ ਕੁਝ ਗਲਤ ਨਹੀਂ I think that made me a better person okay in the sense ਕਿ you have to make more ethical decisions ਬਟ ਐਟ ਦ ਸੇਮ ਟਾਈਮ ਜਿਹੜਾ ਆਪਾਂ ਹੁਣੇ ਕਨਸੈਪਟ ਗੱਲ ਕਰ ਰਹੇ ਸੀ ਕਿ ਲੋਕੀ ਕੀ ਕਹਿਣਗੇ yeah ਉਹ ਨਹੀਂ ਸੋਚਣਾ ਉਹਨੇ ਪੈਂਦਾ ਸੋਚਣਾ ਪੈਂਦਾ yeah so it's such a paradox it's such a paradox indeed I think as long as you know that you made the right decision in the moment well and good ਤੁਸੀਂ ਸਿਰਫ ਆਪਣੇ ਆਪ ਨੂੰ ਜਸਟੀਫਾਈ ਕਰਨਾ ਕਿਸੇ ਨੂੰ ਜਸਟੀਫਾਈ ਕਰਨ ਦੀ ਲੋੜ ਨਹੀਂ yeah ਸੋ ਫॉर ਐਗਜ਼ਾਮਪਲ ਕਿਸੇ ਹੋਰ ਬੰਦੇ ਦੀ ਸਟੋਰੀ 'ਚ ਆਪਾਂ ਗਲਤ ਹੋਈਏ ਬਟ ਆਪਣੀ ਸਟੋਰੀ 'ਚ ਆਪਾਂ ਸਹੀ ਹੋਈਏ ਫਿਰ ਪਰ ਤਾਂ ਰੱਬ ਤੇ ਜਿਹੜੀ ਚੀਜ਼ ਤੇ ਤੁਹਾਡਾ ਕੰਟਰੋਲ ਨਹੀਂ ਹੈਗਾ ਲਾਈਕ ਆਈ ਨੋ ਦਿਸ ਥਿੰਗ ਕਿ ਤੁਸੀਂ ਕਿਸੇ ਹੋਰ ਦੇ ਵਰਡਸ ਐਂਡ ਐਕਸ਼ਨਸ ਯੂ ਕੈਨ ਨਾਟ ਕੰਟਰੋਲ ਇਟ ਬਿਲਕੁਲ ਸੋ ਜਿਹੜੀ ਚੀਜ਼ ਤੇ ਕੰਟਰੋਲ ਨਹੀਂ ਉਹ ਰੱਬ ਤੇ ਛੱਡ ਦੋ ਉਹ ਬੈਠਾ ਆਪੇ ਦੇਖ ਲੂਗਾ there are so many things ਆਪਣਾ ਕੰਟਰੋਲ ਨਹੀਂ ਹੈ ਜਿਸ ਤੇ ਲਾਈਫ 'ਚ ਸੋ there is no point ਜੇ ਤੁਹਾਡੇ ਕੋਲ ਸੋਲੂਸ਼ਨ ਹੈ ਜੇ ਤੁਸੀਂ ਕੁਝ ਕਰ ਸਕਦੇ ਹੋ ਕਰ ਲਓ ਨਹੀਂ ਕਰ ਸਕਦੇ ਤਾਂ there's nothing ਸੋ ਰੱਬ ਤੇ ਪੂਰਾ ਵਿਸ਼ਵਾਸ ਹੈ ਮੈਂ I'm a very religious person ਮੈਂ spiritual ਜਿਹੜਾ ਚੱਲਦਾ spiritual religious ਵਾਲਾ ਮੇਰਾ ਤਾਂ ਬਈ ਨਹੀਂ ਮੈਂ ਹੁਣ ਵੀ ਗੁਰਦੁਆਰਾ ਸਾਹਿਬ ਜਾ ਕੇ ਆਈ ਹਾਂ ਮੈਂ ਆਪਣੀ ਪੂਰੀ religious ਹਾਂ ਤੇ I think that's because of my mom she's very religious ਜੀ ਉਹ ਤਾਂ ਬਸ ਉਹ ਮੈਨੂੰ ਮੈਸੇਜ ਵੀ ਕਰਦੇ ਆ ਵਾਹਿਗੁਰੂ ਜੀ ਕਿਰਪਾ ਕਰਨ ਕਿਵੇਂ ਹੋ ਬੇਟਾ ਤੁਸੀਂ that's how he texts oh that's okay yeah regardless of the religion you follow ਜਿਹਨੂੰ ਸਹੀ ਤਰੀਕੇ ਨਾਲ ਫੋਲੋ ਕਰੋਗੇ ਹਾਂ yeah it's I think it's ਕੀ ਤੁਸੀਂ what you feel more connected to ਜੀ to an energy or ਤੁਹਾਡੀ ਕੋਈ deity ਆ ਜਾਂ ਤੁਸੀਂ ਕਿਸੇ ਰੱਬ ਨੂੰ ਮੰਨਦੇ ਹੋ ਜੀ ਪਿਓਰ ਹਾਰਟ ਨਾਲ ਸਰੈਂਡਰ ਕਰ ਦਿਓ ਬਿਕਾਜ਼ ਜੇ ਤੁਸੀਂ ਆ ਕਰੋਗੇ ਨਾ ਕਿ ਹਾਏ ਤਰਕ ਕਰੋਗੇ yeah ਡਿਬੇਟਸ ਕਰੋਗੇ ਚੀਜ਼ਾਂ ਤੇ
ਜੀ there's no point because you are just a human and I literally feel कि you are just a human ਇਨਸਾਨ ਹੋ ਰੱਬ ਨੇ ਭੇਜੇ ਹੋ ਜੀ ਬਹੁਤ ਚੀਜ਼ਾਂ ਐਵੇਂ ਦੀਆਂ ਜਿਹਦੇ ਤੁਹਾਡਾ ਕੋਈ ਉਹ ਨਹੀਂ ਹੈਗਾ ਬਸ ਨਹੀਂ ਹੈਗਾ ਤਾਂ ਸਰੈਂਡਰ ਕਰ ਦੋ ਆਪੇ ਚੀਜ਼ਾਂ ਚੱਲੀਆਂ ਜਾਣਗੀਆਂ ਦਿਸ ਯੂ نو ਦਿਲਜੀਤ ਕਹਿੰਦੇ ਆਹੀ ਕਹਿੰਦੇ ਜਸਟ ਲਾਈਕ ਸਰੈਂਡਰ yourself ਜਿੱਥੇ ਜ਼ੋਰ ਹੈ ਉੱਥੇ ਚਲਾਓ ਜਿੱਥੇ ਜ਼ੋਰ ਨਹੀਂ ਚੱਲਦਾ ਉਹ ਰੱਬ ਨੇ ਚਲਾਉਣਾ ਸੋ ਐਂਡ ਦੇਖਿਆ ਹੋਵੇ ਤਾਂ 99.99% ਆਪਣਾ ਜ਼ੋਰ ਹੈ ਹੀ ਨਹੀਂ yeah we don't determine when where we're born totally yeah ਸਾਰਾ ਤੇ ਹੁਣੇ ਦੇਖ ਲਓ ਆਪਾਂ ਸੇਮ ਸ਼ਹਿਰ ਤੋਂ ਬੈਕ ਹੋਮ yes ਬਟ ਆਪਾਂ ਮਿਲਣਾ ਕਿੱਥੇ ਸੀਗਾ university ਯੂਨੀਵਰਸਿਟੀ yeah ਰਾਈਟ ਸੋ ਉਹ ਮੈਂ ਕੈਰੀਅਰ ਲੈ ਕੇ ਚੱਲਦਾ ਹੁੰਦਾ ਮੇਰੇ ਕਈ ਫਰੈਂਡਸ ਹੈਗੇ ਆ ਬੌਰਨ ਕਿਸੇ ਹੋਰ ਕੰਟਰੀ ਦੇ ਵਿੱਚ ਆ ਹਾਂਜੀ ਮੈਂ ਕਿਸੇ ਹੋਰ ਕੰਟਰੀ ਚ ਪੌੜਨਾ ਆਪਾਂ ਮਿਲੇ ਕਿਸੇ ਥਰਡ ਕੰਟਰੀ ਚ ਜਾ ਕੇ yeah ਹਨਾ ਸੋ ਰੱਬ ਨੇ ਆਪੇ ਕਿਤੇ ਨਾ ਕਿਤੇ ਸਾਰਿਆਂ ਦੀ ਕਹਾਣੀ ਕਨੈਕਟ ਕਰ ਦੇਣੀ ਆ yeah ਸੋ ਆਪਣਾ ਜ਼ੋਰ ਘੱਟ ਹੀ ਆ on the topic of relationships what's your relationship and how would you define it with your parents I think for me it was ਜਿਵੇਂ ਤੁਹਾਨੂੰ ਕਿਹਾ ਨਿੱਕੇ ਹੁੰਦੇ ਮਮ ਨੇ ਪਾਲਿਆ ਸੀ right so I was the dad posted somewhere else ਹਾਂਜੀ so dad ਨੇ posting ਸੀ ਰਹਿੰਦੇ ਸੀ across India yeah ਤੇ ਮੈਂ ਫਿਰ ਮਮ ਨੇ ਪਾਲਿਆ my grandparents really close to them ਤੇ they're back home grandparents ਰਹੇ ਨਹੀਂ oh okay but parents ਨਾਲ connection ਉਦੋਂ ਬਣਿਆ ਜਦੋਂ grandparents ਪੂਰੇ ਹੋ ਗਏ because I saw what my parents went through during that phase ਤੇ ਉਹ ਜਿਹੜਾ ਇੱਕ connection ਹੁੰਦਾ ਸੀਗਾ grandparents ਨਾਲ ਉਹ missing ਸੀਗਾ life ਚੋਂ and there were so many answers to it it was my first time experiencing death in life or death of someone I know in life right ਤੇ ਉਹ how old were you ਮੈਂ ਉਦੋਂ ਸੀਗਾ 15-16 ਸਾਲਾਂ ਦਾ ਸੀਗਾ right ਤੇ being an only child it's like I think ਉਹਨਾਂ ਦਾ ਮੇਰੇ ਨਾਲ connection ਬਹੁਤ strong ਹੈ ਤੇ ਮੇਰਾ ਉਹਨਾਂ ਨਾਲ ਬਹੁਤ strong ਹੈ so mom ਨਾਲ ਕਾਫੀ connection ਸੀਗਾ ਛੋਟੇ ਹੁੰਦੇ ਆ but after the death of my dada ji I got a lot closer to my dad oh okay and why do you think was that I think because that was the first time I saw my dad cry oh so ਮੈਨੂੰ ਹਾਲੇ ਵੀ ਉਹ scene like ਬਹੁਤ ਚੰਗੀ ਤਰ੍ਹਾਂ ਯਾਦ ਆ and it still haunts me sometimes ਕਿ the person that you know ਨੇ ਇੰਨਾ ਕੁਛ ਲਾਈਫ 'ਚ ਦੇਖਿਆ ਪਿਆ he's because ਉਹਨੇ growing up stories ਹੁੰਦੇ ਸੀਗੇ and all that stuff yeah he truly like and everyone's fathers are their heroes or their first superhero right yes ਤੇ ਮੇਰੇ ਵਾਸਤੇ ਵੀ same ਸੀਗਾ but then seeing that person cry and ਉਹ ਆਪਣੇ ਆਪ ਨੂੰ ਬੇਵਸ ਫੀਲ ਕਰਦੇ ਸੀ ਕਿ he couldn't save my grandfather yeah ਹਨਾ ਤੇ ਉਹ ਚੀਜ਼ ਨੇ ਮੇਰਾ ਸ਼ਿਫਟ ਕਰਤਾ ਕਿ ਅਰੇ ਵੀ he's just a human like he's me also human yes so ਉੱਥੋਂ ਦੀ ਮੈਂ ਕਾਫੀ close ਹੋਇਆ and then I wanted to get to know my dad better ਕਿ because ਉਹ ਵੀ ਮੇਰੇ ਵਾਂਗੂ like ਉਹ ਵੀ ਇੱਕ ਟਾਈਮ ਤੇ ਟੀਨੇਜਰ ਸੀਗੇ yeah ਹਨਾ ਉਹਨਾਂ ਨੇ ਵੀ ਕੀ ਕਹਿੰਦੇ ਆ ਕਲਾਸਿਸ ਸਕਿਪ ਕੀਤੀਆਂ ਹੋਣੀਆਂ ਕੀਤੀਆਂ ਸੀਗੀਆਂ ਬਾਏ ਦਾ ਵੇ yeah ਸੌਰੀ ਪਾਪਾ ਸੋ ਕੀ ਕਹਿੰਦੇ ਆ ਕਲਾਸਿਸ ਸਕਿਪ ਕੀਤੀਆਂ ਹੋਣੀਆਂ ਜਾਂ ਫਿਰ ਲਾਈਕ ਵਾਚਿੰਗ ਮੂਵੀਜ਼ ਗਰੋਇੰਗ ਅਪ ਲਿਸਨਿੰਗ ਟੂ ਡਿਫਰੈਂਟ ਸੌਂਗਸ ਹਾਂਜੀ ਹਨਾ ਡੈਡ ਟਰੈਵਲ ਕਰਦੇ ਸੀਗੇ ਡੈਡ ਨੂੰ ਕੱਪੜੇ ਪਾਉਣ ਦਾ ਬਹੁਤ ਸ਼ੌਂਕ ਸੀਗਾ okay ਕੀ ਕਹਿੰਦੇ ਆ ਉਹ ਵੀ ਆਪਣੇ ਪੰਜਾਬੀ ਸ਼ੌਕੀਨ ਹਾਂ ਪੂਰੇ yeah ਸੋ ਸਪੈਸ਼ਲੀ ਐਂਡ ਦੈਨ ਲਾਈਕ ਸਟਾਰਟਡ ਗੋਇੰਗ ਟੂ ਡੈਡਸ ਪੁਰਾਣੀਆਂ ਪਿਕਚਰਸ ਹਾਂਜੀ ਤੇ ਉੱਥੋਂ ਦੀ ਫਿਰ ਇੱਕ ਮੈਂ ਬੁੱਕ ਆਰਡਰ ਕੀਤੀ ਸੀਗੀ Amazon ਤੇ ਡੈਡ ਆਈ ਵਾਂਟ ਟੂ ਹੀਅਰ ਯੋਰ ਸਟੋਰੀ okay ਸੋ ਜਿਹਨਾਂ ਪ੍ਰੌਂਪਟਸ ਸੀਗੇ ਅਲੱਗ-ਅਲੱਗ ਕਿ ਜਿਵੇਂ when you were of 19 years old what were you thinking of or like what were your struggles stuff like that overall ਇੱਕ ਬਹੁਤ ਵਧੀਆ journaling exercise ਸੀਗੀ which I started doing with my dad and ਉੱਥੋਂ ਦੀ I just built a stronger connection with him to the point ਕਿ ਹੁਣ he's a really close person in my life ਕਿ ਉਹ ਪਹਿਲਾਂ ਵੀ ਸੀਗੇ but ਹੁਣ ਵੀ ਇੱਦਾਂ ਕਿ ਜੇ ਕੋਈ ਪ੍ਰੋਬਲਮ ਆਵੇ ਤਾਂ ਡੈਡੀ ਨੂੰ ਕਾਲ ਆਣੀ and he'll have a solution so that was the one book that really kind of changed my relation with my dad ਉਸ ਤੋਂ ਪਹਿਲਾਂ I was constantly just kind of distant distant ਸੀਗਾ but then after that I kind of saw him as ਕਿ ਨਹੀਂ ਯਾਰ ਇਹ ਵੀ he's been through the same thing as me yeah so yeah ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਕਿ how should
ਆਪਣੀ ਪੰਜਾਬੀ ਮੁੰਡੇ ਆਈ ਥਿੰਕ ਮੈਂ ਆਪਣੀ ਫੈਮਿਲੀ 'ਚ ਦੇਖਿਆ ਜੀ ਆਈ ਕੈਨ ਸੇ ਇਟ ਫॉर एवरीवन ਜੀ ਬਟ ਹੁੰਦਾ ਹੈ ਕਿ ਆਪਣੇ ਪੰਜਾਬੀ ਮੁੰਡੇ ਆਪਣੀ ਮਦਰਸ ਨਾਲ ਜ਼ਿਆਦਾ ਕਲੋਜ਼ ਹੁੰਦੇ ਆ ਬਿਲਕੁਲ ਐਂਡ ਦੇ ਆਰ ਕਾਈਂਡ ਆ ਲਿਟਲ ਡਿਸਟੈਂਟ ਆਪਣੇ ਫਾਦਰਸ ਨਾਲ ਜੀ ਜਾਂ ਤਾਂ ਹੁੰਦੇ ਮੈਂ ਕਾਫੀ ਕਲੋਜ਼ ਹੀ ਦੇਖਿਆ ਬਟ ਮੋਸਟਲੀ ਹੁੰਦਾ ਹੈ ਕਿ ਬਈ ਇੱਕ ਝਿਜਕ ਹੁੰਦੀ ਆ ਜੀ ਫਾਦਰ ਨਾਲ ਗੱਲ ਕਰਨ 'ਚ ਕੁਛ ਵੀ ਐਕਸਪ੍ਰੈਸਿਵ ਨਹੀਂ ਹੁੰਦੇ ਆਪਣੇ ਮੁੰਡੇ ਬਿਲਕੁਲ ਹਨਾ ਤੇ ਉਹਨਾਂ ਦੀ ਵੀ ਗਲਤੀ ਨਹੀਂ ਹੈਗੀ ਇਟਸ ਜਸਟ ਜਨਰੇਸ਼ਨਲ ਚੀਜ਼ ਹੈ ਜੋ ਸ਼ੁਰੂ ਤੋਂ ਚੱਲਦੀ ਆਈ ਹੈ ਫਾਦਰਸ ਵੀ ਆਪਣੇ ਫਾਦਰਸ ਨਾਲ ਫਾਦਰਸ ਡਿਸਕਸ ਨਹੀਂ ਕੀਤੀ ਗੱਲ ਨਹੀਂ ਕੀਤੀ ਈਵਨ ਕਿ ਮਾਈ ਡੈਡ ਇਜ਼ ਦੀ ਯੰਗੈਸਟ ਜਿਹੜੇ ਸਭ ਤੋਂ ਵੱਡੇ ਤਾਊ ਜੀ ਨੇ ਉਹਨਾਂ ਨੇ ਪਾਪਾ ਨੂੰ ਆਈ ਥਿੰਕ ਕਾਲਜ ਵਗੈਰਾ ਸਾਰਾ ਕੁਝ ਉਹਨਾਂ ਨੇ ਹੀ ਕੀਤਾ ਹਨਾ ਤੇ ਈਵਨ ਨਾਓ ਪਾਪਾ ਤੇ ਤਾਊ ਜੀ ਦੇ ਲਵ ਈਚ ਅਦਰ ਟੂ ਡੈਥ ਬਟ ਉਹ ਗੱਲ ਹੀ ਨਹੀਂ ਕਰਦੇ they just cannot talk because ਉਹਨਾਂ ਨੂੰ ਕਦੇ ਸਿਖਾਇਆ ਨਹੀਂ ਤੇ ਨਾ ਉਹਨਾਂ ਨੇ ਕਦੇ ਦੇਖਿਆ ਆਪਣੀ ਫੈਮਿਲੀ 'ਚ ਹਨਾ ਬਿਲਕੁਲ so I just ਮੈਂ ਇਹੀ ਪੁੱਛਣਾ ਸੀਗਾ ਕਿ how can ਪੰਜਾਬੀ men or men in general ਜੀ who want to build a relationship with their fathers how can they do it and you said ਕਿ ਤੁਸੀਂ ਸ਼ੁਰੂਆਤ ਕੀਤੀ ਬੁੱਕ ਨਾਲ you tried a way out right ਜੀ try ਕਰਨ ਦੀ ਗੱਲ ਹੈ you try it out ਕੁਛ ਨਾ ਕੁਛ ਹੱਲ ਨਿਕਲ ਹੀ ਆਉਂਦਾ I'll definitely pin that book in the description ਬਿਲਕੁਲ I think Yeah. ਇੱਕ ਚੀਜ਼ ਹੋਈ ਕਿ form a connection with your father outside of the aside from like over alcohol okay start doing different because apne hi hunda ki usually tha ye ki ਹਾਂ ਕਿ ਬਹਿ ਕੇ ਇਕੱਠੇ ਬਹਿ ਕੇ ਪੀ yeah right yeah I see that yeah and it's a very casual thoda I wouldn't call it toxic but like thoda wo setting up edi vadiya hai nahi in trying to know or understand your father yeah but start going on runs with your dad started doing that right does he go on runs with you because I yeah. know you're a runner that's so nice dad won't run nahi karta he bikes but I run with him doing that or starting like going to different activities with your parents because I know kafi mere friends say they built that connection with their dads over alcohol and they kind of bonded over that but bahut healthy bonding nahi si unfortunately so it tends to fall out definitely and ਉਹ ਇਹ ਕਿ ਆਪਣੇ ਪੇਰੈਂਟਸ ਨਾਲ ਨਵੇਂ ਐਕਸਪੀਰੀਐਂਸਸ ਟਰਾਈ ਕਰੋ and like ਉਹ ਇਹ ਕਿ ਉਹਨਾਂ ਨੂੰ ਉਹਨਾਂ ਦੇ ਕੰਫਰਟ ਜ਼ੋਨ ਤੋਂ ਵੀ ਬਾਹਰ ਲੈ ਕੇ because it's their first time living life as well yeah like when you realize ਕਿ for example your grandfather death ਹੁੰਦੀ ਹੈ most likely for our fathers their father was their like superhero right yeah so ਉਹਨਾਂ ਦੀ ਲਾਈਫ ਚ ਉਹ ਪੀਸ ਜੋ ਮਿਸਿੰਗ piece miss ਹੋ ਜਾਂਦਾ yeah so yeah that's why yeah but I think I would urge everybody ki just be there for them yeah just ਉਹਨਾਂ spend ਨੂੰ time be there ਤੁਸੀਂ ਉਹ ਤੋਂ ਬਾਅਦ ਕੁਝ ਨਹੀਂ ਕਰ ਸਕਦੇ just hug them tighter the next time you meet them yeah tell them you love them yes just express guys ਹਾਂ ਉਹ ਆਪਣੇ ਪੇਰੈਂਟਸ ਸਟਰਗਲ ਕਰਦੇ ਆ my dad still struggle with it but ਜਦੋਂ ਵੀ ਚਲੋ ਪੇਰੈਂਟਸ ਕਰਦੇ ਆ ਉਹਨਾਂ ਦੀ ਗਲਤੀ ਨਹੀਂ ਹੈ ਹਨਾ ਉਹਨਾਂ ਆਪਾਂ ਨੂੰ ਨਹੀਂ ਚੇਂਜ ਵੀ ਨਹੀਂ ਕਰ ਸਕਦੇ ਆਪਾਂ ਕਰ ਸਕਦੇ ਆਪਾਂ ਕਰ ਹਾਂ ਸਕਦੇ ਜੇ ਸਹੇਲੀਆਂ ਨੂੰ ਕਹਿ ਸਕਦੇ ਹੋ ਲਵ ਯੂ ਮਾਪਿਆਂ ਨੂੰ ਵੀ ਕਹਿ ਲਿਆ ਕਰੋ ਸਗੋਂ ਮਾਪੇ ਨੂੰ ਪਹਿਲਾਂ ਕਹਿਣਾ ਪਹਿਲਾਂ ਚਾਹੀਦਾ ਕਹਿਣਾ ਚਾਹੀਦਾ yeah what would you say about men's mental health because I know ਅੱਜ ਕੱਲ੍ਹ ਬਹੁਤ ਟੌਪਿਕ ਹਵਾ 'ਚ just for the sake of it ਜੀ but I really want to know being a young adult yourself how do you feel your friends your male friends ਜੀ do they really cope well with the emotional issues or mental health or it's just like let's just wing it ਕਿ ਕੋਈ ਨਾ ਚੱਲੀ ਜਾਊਗਾ ਆਪਣੇ ਘਰ ਦੇ ਹੀ ਆ ਮੁੰਡੇ ਕਿ ਕੋਈ ਨਾ ਚੱਲਣ ਦੇ ਹੋਊਗਾ ਜਿਵੇਂ ਚੱਲਦਾ or they just like actually ਬਹਿ ਕੇ process ਕਰਦੇ ਆ ਜਾਂ ਕਰਨਾ ਚਾਹੁੰਦੇ ਆ ਕਰ ਨਹੀਂ ਪਾਉਂਦੇ ਆ ਵੀ ਹੋ ਸਕਦਾ I think 90% just kind of for guys once again ਆਪਣਾ ਹੀ ਹੁੰਦਾ ਕਿ ਆਪਾਂ ਯਾਰਾਂ ਦੋਸਤਾਂ ਨਾਲ ਬਹਿ ਲਿਆ ਤੇ ਹੱਸ ਖੇਡ ਲਿਆ and just spend good time with them and kind of try to move on yeah but we don't kind of sit down and tackle the issue ourselves ਨਿਰਵੈਰ ਪਨੂੰ ਦੇ ਗਾਣਾ ਆਇਆ ਸੀਗਾ video call I think that kind of started the conversation at least in my circle regarding like there are instances where guys cry as well whether it's for any reason ਕੀ ਕਹਿੰਦੇ ਆ ਭਾਵੇਂ ਉਹ ਤੁਹਾਡਾ like breakup ਚੱਲ ਰਿਹਾ ਹੋਵੇ ਤੁਹਾਡਾ financial struggles ਚੱਲ ਰਹੇ ਹੋਣ anything like that but it's necessary to see if you're going through something seek out for help ਤੁਹਾਡੇ ਹੁਣ ਤਾਂ thankfully resources ਇੰਨੇ ਸਾਰੇ ਹੈਗੇ online ਕਹਿ ਲਓ anonymously ਤੁਸੀਂ ਆਪਣੇ ਕਿਸੇ ਨਾਲ discuss ਕਰ ਸਕਦੇ ਹੋ if not just talk to someone right ਕਿ I'm going through these struggles but I think just talking to someone about it it's even that's a big deal for men ਬਿਲਕੁਲ ਕੀ ਕਹਿੰਦੇ ਜੇ ਆਪਾਂ ਕਹਿੰਦੇ ਨੇ ਕਿ
ਹਾਸਾ ਜਾਂ ਸੁੱਖ ਵੰਡ ਕੇ ਡਬਲ ਹੁੰਦਾ ਤਾਂ ਦੁੱਖ ਵੰਡ ਕੇ ਸੋ ਘੱਟਦਾ ਹੈ। ਘਟਦਾ ਰਾਈਟ ਐਂਡ 90% ਆਫ ਦ ਟਾਈਮ ਇਹ ਹੁੰਦਾ ਕਿ ਤੁਸੀਂ ਕਿਸੇ ਨੂੰ ਦੱਸਣਾ ਹੀ ਹੁੰਦਾ ਲਾਈਕ ਵਾਈਲ ਯੂ ਟਾਕਿੰਗ ਵਿਦ them ਹਾਂਜੀ ਤੁਹਾਨੂੰ ਸੋਲੂਸ਼ਨ ਲੱਗ ਜਾਂਦਾ ਚੀਜ਼ ਦਾ ਇਹ ਤਾਂ ਹੈ ਐਂਡ ਆਈ ਥਿੰਕ ਉੱਥੇ ਕਈ ਵਾਰੀ ਤੁਹਾਡੇ ਫਰੈਂਡਸ ਉਹ ਆ ਜਾਂਦੇ ਆ ਯੂ ਜਸਟ ਨੀਡ ਦੈਟ ਲਾਈਕ ਐਟਲੀਸਟ ਵਨ ਫਰੈਂਡ ਹੋਣਾ ਚਾਹੀਦਾ ਜਿਹਨੂੰ ਜਦੋਂ ਮਰਜ਼ੀ ਕਾਲ ਲਾਓ ਉਹ ਚੱਕ ਲੈਣ ਪਹਿਲੀ ਗੱਲ ਬਟ ਉਹ ਇੱਕ ਹੋਣਾ ਚਾਹੀਦਾ ਕਿ ਬੰਦੇ ਨੂੰ ਰਾਤੀ 2 ਵਜੇ ਵੀ ਕਾਲ ਲਾਈ ਉਹਨੇ ਤੁਹਾਨੂੰ ਐਟਲੀਸਟ ਵਿਲ ਹੀਅਰ ਯੂ ਆਊਟ ਕਿ ਸੋਲੂਸ਼ਨ ਲੱਭੇ ਨਾ ਲੱਭੇ ਸੁਣ ਲੈ ਭਰਾਵਾ ਸੁਣ ਲੈ ਹਨਾ ਯੂ Yeah. ਜਸਟ ਨੀਡ ਸਮਨ ਟੂ ਰੈਂਟ ਟੂ rant to yes and it's not only for girls guys as well but I think awareness ਜ਼ਰੂਰੀ ਹੈ ਕਿ ਹਾਂ ਮੇਰੇ ਨਾਲ ਇਹ ਚੱਲ ਰਿਹਾ ਹੈ even if ਕਿ ਤੁਸੀਂ ਜੇ help ਵੀ ਨਹੀਂ seek out ਕਰ ਰਹੇ ਹੋ No, for ਪਤਾ real. ਹੋਣਾ ਚਾਹੀਦਾ ਬੰਦੇ ਨੂੰ ਕਿ ਮੇਰੇ ਨਾਲ ਕੁਝ ਗਲਤ ਦਿਮਾਗ 'ਚ ਕੁਝ ਨਹੀਂ ਸਹੀ ਚੱਲ ਰਿਹਾ ਜਾਂ ਲਾਈਫ 'ਚ ਕੁਝ ਐਵੇਂ ਦੀ ਸਿਚੁਏਸ਼ਨ ਹੈ ਕਿ ਮੈਂ ਹਮੇਸ਼ਾ ਨਹੀਂ ਚੱਲ ਕਰ ਸਕਦਾ ਕਿ ਕੋਈ ਨਾ ਭਾਈ ਚੱਲਦਾ ਹੈ Yeah. Yeah. ਉਹ ਵੀ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਹਰ ਗੱਲ ਤੇ ਕਰੀ ਜਾਓ ਕਿ ਹਾਂ ਮੈਂ ਸੋਚੀ ਜਾਵਾਂ ਹਰ ਗੱਲ ਤੇ ਬਟ ਇਟਸ ਕਿ ਯਾਰ ਐਵੇਂ ਦੇ ਵੀ ਹੋਣੇ ਚਾਹੀਦੇ ਕਿ ਬਹਿ ਗਏ ਹਾਂ ਪੀਣੀਆਂ ਪੀ ਲਈ ਜੋ ਵੀ ਹੈ ਹੈਨਾ ਕਿ ਜੇ ਬਹਿ ਕੇ ਕਿਸੇ ਨਾਲ ਜੀ। ਟਾਈਮ ਵਧੀਆ ਲੰਘ ਜਾਂਦਾ ਠੀਕ ਹੈ ਇੱਕ ਜ਼ਾਕਿਰ ਖਾਨ ਦਾ ਆਈ ਥਿੰਕ ਉਹਨਾਂ ਦੀ ਸਟੈਂਡ ਅਪ ਦਾ ਸ਼ੋਅ ਸੀ ਉਹਨਾਂ ਨੇ ਕਿਹਾ ਸੀਗਾ ਜੀ कि लड़कों का है कि भाइयों के साथ बैठ गए जी ठीक है और बैठ के 4 बातें कर ली इधर उधर की हमारा मन सही हो जाता है ਬਿਲਕੁਲ जो ਹੋ ਵੀ ਜਾਂਦਾ हो जाता हो ना है ना हाँ जे हो जाता बहुत ਵਧੀਆ ਗੱਲ ਹੈ ਬਟ ਹਾਂ ਇਹ ਨਹੀਂ ਹੈ ਕਿ ਲਾਈਫ 'ਚ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ ਉਹ 'ਚ ਵੀ ਬਹਿ ਕੇ ਕਰ ਲੈ ਸੋਲੂਸ਼ਨ ਕੋਈ ਕੱਢਿਆ ਨਹੀਂ ਬਹਿ ਗਏ ਪੀ ਲਈ ਸੌਂ ਗਏ ਬੈਂਕਰਪਸੀ ਦੀ ਫਾਈਲ ਲੱਗੀ ਪਈ ਇੱਧਰ ਹਾਂ ਦੂਜੇ ਪਾਸੇ ਉਹ, ਤੁਸੀਂ yeah, ਯਾਰਾਂ ਦੋਸਤਾਂ ਲੱਗੇ ਪਏ which is what's good you can do whatever you want ਹਨਾ yeah. but ਬਸ ਇਹ ਕਿ ਥੋੜਾ ਆਪਣਾ ਧਿਆਨ ਰੱਖਿਆ ਕਰੋ ਮੁੰਡਿਓ ਜੀ ਤੁਹਾਡੀ ਮੈਂਟਲ ਹੈਲਥ ਵੀ ਇੰਪੋਰਟੈਂਟ ਆ there's so many coping mechanism ਆਪਣੇ ਹੁਣ ਜਿਵੇਂ ਕਿਹਾ ਜਾਂਦੇ ਆ I've noticed this as well like working out running Yeah. it does positively impact Oh, your it mental does health. totally, 110%. Just take care of yourself look good dress good apna feel confident in who you are Yeah. and then automatically ਫਿਰ ਤੁਸੀਂ ਆਪਣੇ ਆਲੇ ਦੁਆਲੇ ਵੀ positivity spread ਕਰੋਗੇ What advice would you give to say a person in high school who wants to become a student leader, say in university, but also ਜਿਹੜਾ politics 'ਚ ਵੀ ਜਾਣਾ ਚਾਹੁੰਦਾ ਹੋਵੇ? ਆ ਐਡਵਾਈਸ ਰਹਿਣ ਦੋ Like ਨਹੀਂ ਬਹੁਤ ਜਣੇ ਆ ਜਿਹੜੇ ਜਾਣਾ ਚਾਹੁੰਦੇ ਆ ਕਿ they want to become a politician. ਮੇਰਾ ਕਦੀ ਪਲਾਨ ਨਹੀਂ ਸੀ ਮੈਨੂੰ ਇੱਕ ਕਾਲ ਆਈ ਸੀ the other day she's like from where you're the president like what got you here right ਉਹ ਰੱਬ ਤੇ ਡੋਰਾ ਛੱਡੀਆਂ ਪੈਂਦੀਆਂ Okay. ਹਨਾ ਕਿ ਉਹ ਚ ਹਾਂਜੀ। ਵਿਸ਼ਵਾਸ ਹੈਗਾ ਕਿ ਜੇ ਕੋਈ ਚੀਜ਼ ਨਹੀਂ ਮਿਲੀ ਹਨਾ ਉਹਦੇ ਪਿੱਛੇ ਰੋਣਾ ਜਾਂ ਅਗਰੈਸ਼ਨ ਜਾਂ ਕਿਸੇ ਚੀਜ਼ ਨੂੰ ਅਗਰੈਸਿਵਲੀ ਪਰਸਿਊ ਨਹੀਂ ਕਰਨਾ ਬਟ ਰਾਦਰ ਕਿ ਜੇ ਕੁਝ ਹੁੰਦਾ ਬਹੁਤ ਵਧੀਆ ਨਾ ਲਾਈਕ ਉਹ ਉਸ ਰੱਬ ਦੀ ਇੱਛਾ ਸੀਗੀ Yeah. ਬਟ ਜੇ ਕੋਈ ਚੀਜ਼ ਨਹੀਂ ਹੁੰਦੀ ਹਨਾ ਫॉर ਐਗਜ਼ਾਮਪਲ ਜੇ ਮੈਂ ਇਲੈਕਸ਼ਨ ਹਾਰ ਜਾਂਦਾ ਤਾਂ ਉਹਦੇ ਵਿੱਚ ਵੀ ਆਈ ਥਿੰਕ ਗੋਡ ਹੈਜ਼ ਅ ਬੈਟਰ Better ਪਲਾਨ plan. Yeah. ਹਨਾ ਤੇ ਸ਼ਾਇਦ ਉਹ ਤਾਂ ਕਰਕੇ ਮੇਰੇ ਨਾਲ ਨਹੀਂ ਹੋਇਆ ਸੋ ਬਟ ਆਈ ਗੈਸ ਉਹ ਤਾਂ ਕਹਿਣਾ ਸੌਖਾ ਬਿਕਾਜ਼ ਮੈਂ ਇਲੈਕਸ਼ਨ ਜਿੱਤ ਗਿਆ ਜੇ ਮੈਂ ਹਾਰ ਗਿਆ ਹੁੰਦਾ ਇਹ ਸ਼ੁਰੂ ਹੋਣਾ ਹੀ ਸੀ ਦੁੱਖ ਤਾਂ ਦੁੱਖ ਤਾਂ ਹੋਣਾ ਸੀ। What do you think what privileges you had ਕਿ ਤੁਸੀਂ ਹੁਣ ਉਸ ਪੋਜੀਸ਼ਨ ਤੇ ਜਿੱਥੇ ਤੁਸੀਂ ਹੈਗੇ ਹੋ ਕਿ ਤੁਹਾਨੂੰ or everything was just your hard, not just your hard work but ਤੁਹਾਨੂੰ ਲੱਗਦਾ ਹੈ ਕਿ ਹਾਂ ਬਈ ਮੇਰੇ ਕੋਲ ਆਹ ਚੀਜ਼ਾਂ ਸੀਗੀਆਂ ਰੱਬ ਦੀਆਂ ਦਿੱਤੀਆਂ ਹੋਈਆਂ ਮੇਰੇ ਕੋਲ ਆ ਪ੍ਰਿਵਿਲੇਜ ਸੀਗੀ ਤਾਂ ਮੈਂ ਇੱਥੇ ਬੈਠਾ ਆ ਔਰ ਇੱਕ ਨਾ I guess privilege ਵਿੱਚ ਆ ਗਿਆ or during the campaign we could see ਕਿ ਕਾਫੀ ਸਾਰੀ negativity spread out ਹੁੰਦੀ ਸੀ on campus online social media ਤੇ regarding other candidates ਜਾਂ within the candidates as well they would not treat each other with respect right ਹਨਾ ਉਹ ਇੱਕ enmity ਦੇ ਭਾਵ ਨਾਲ ਇੱਕ ਦੂਜੇ ਨੂੰ ਦੇਖਦੇ ਸੀਗੇ whereas on the other hand ਜਿਹੜੇ ਮੇਰੇ competitors ਸੀਗੇ ਜਾਂ ਜਿੰਨੇ ਵੀ ਵਾਈਸ ਪ੍ਰੈਜ਼ੀਡੈਂਟ ਸੀਗੇ ਜਿਹੜੇ ਖੜੇ ਹੋਏ ਸੀ ਜਾਂ ਹੋਰ ਪੋਜੀਸ਼ਨਾਂ ਸੀ ਸਾਰਿਆਂ ਨਾਲ ਮੈਂ ਵਧੀਆ ਹੱਸ ਖੇਡ ਕੇ ਬੁਲਾ ਦਿੰਦਾ ਸੀਗਾ and the reason was ਕਿ before running for the election ਮੈਂ ਨਾ ਗੁਰੂ ਜੀ ਘਰ ਜਾ ਕੇ ਹੁਕਮਨਾਮਾ ਲਿੱਤਾ ਸੀਗਾ and ਉੱਥੇ ਸੀਗਾ the ਹੁਕਮਨਾਮਾ was ਕਿ ਮਿੱਠਤ ਨੀ ਵੀ ਨਾਨਕਾ ਗੁਣ ਵਡਿਆਈਆਂ ਤਤ ਸੋ ਉਹੀ ਸੀਗਾ ਕਿ ਉਹ ਮੇਰੀ ਕਹਿ ਲਓ ਥੋੜਾ ਹਿਊਮਿਲਿਟੀ ਨੇ ਵੀ ਮੈਂ ਸਿਰਫ ਆਪਣੀ ਕੈਂਪੇਨ ਤੇ ਫੋਕਸ ਕੀਤਾ ਸਾਰਿਆਂ ਨੂੰ I tried helping everyone out in the way ਕਿ ਕਿਸੇ ਦੀ ਲੱਤ ਨਹੀਂ ਖਿੱਚੀ and I think ਉਹ ਚੀਜ਼ ਮੈਂ ਸਿਰਫ ਆਪਣੀ ਕੈਂਪੇਨ ਤੇ ਫੋਕਸ ਰੱਖਿਆ and I didn't worry about pulling someone down or ਕਿਸੇ ਦਾ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਸ ਕੈਂਪੇਨ ਦੇ ਦੌਰਾਨ and I think ਰੱਬ ਨੇ ਉਹ ਕਰਮ ਅੱਗੇ ਲਿਆ
ਉਹ ਰੱਬ ਤੇ ਵਿਸ਼ਵਾਸ ਸੀਗਾ ਐਂਡ ਦੈਟ ਹੁਕਮਨਾਮਾ ਆਈ ਫੋਲੋਡ ਥਰੂ ਔਨ ਇਟ ਤੇ ਸਾਰਿਆਂ ਨੂੰ ਵਧੀਆ ਤਰ੍ਹਾਂ ਜਸਟ ਟ੍ਰੀਟ ਅਦਰਸ ਦ ਵੇ ਯੂ ਵਾਂਟ ਟੂ ਬੀ ਟ੍ਰੀਟਡ ਹਨਾ That's right. ਤੇ ਫੋਰਚੂਨੇਟਲੀ ਲੋਕਾਂ ਨੇ ਸਪੋਰਟ ਕੀਤੀ ਐਂਡ ਇਹ ਥੋੜਾ ਫਿਲੋਸੋਫੀਕਲ ਜਿਹਾ ਹੋ ਗਿਆ ਨਹੀਂ ਇਹ ਬੰਦਾ ਹੈ ਸੋ ਬਟ ਆਈ ਗੈਸ ਜੇ ਕਿਸੇ ਨੇ ਸਟੂਡੈਂਟ ਲੀਡਰਸ਼ਿਪ ਜਾਂ ਗਵਰਨੈਂਸ 'ਚ ਜਾਣਾ ਜਾਂ ਪੋਲਿਟਿਕਸ ਦੇ ਵਿੱਚ ਜਾਣਾ ਆਈ ਥਿੰਕ ਹੈਵਿੰਗ ਅ ਪਰਪਸ ਬਿਯੋਂਡ ਯੋਰਸੈਲਫ ਕਿ ਤੁਸੀਂ ਪੋਲਿਟਿਕਸ ਸਿਰਫ ਤਾਂ ਕਰਕੇ ਨਾ ਜਾਓ ਵੀ ਮੈਂ ਐਮਐਲਏ ਜਾਂ ਐਮਪੀ ਬਣ ਜਾਣਾ ਕਿਉਂਕਿ ਆਪਣੀ ਕਮਿਊਨਿਟੀ 'ਚ ਹੁਣ ਵੀ ਮੈਂ ਨੋਟਿਸ ਕਰਦਾ ਜਿਹੜੇ ਆਪਣੇ ਕਈ ਹੈਗੇ ਆ ਯੂਥ ਉਹ ਪੋਲਿਟਿਕਸ 'ਚ ਤਾਂ ਜਾਣਾ ਚਾਹੁੰਦੇ ਵੀ ਵੈਰੀ ਸੈਲਫ ਸੈਂਟਰਡ ਅਪਰੋਚ ਹੈਗੀ ਐਮਐਲਏ ਵੱਜਾਂਗੇ ਜੀ ਐਮਐਲਏ ਵੱਜਾਂਗੇ ਜਾਂ ਕੀ ਕਹਿੰਦੇ ਕੈਨੇਡਾ 'ਚ ਐਮਪੀ ਵੱਜਾਂਗੇ Yeah. ਵਿਚ ਇਜ਼ ਵੈਲ ਐਂਡ ਗੁੱਡ ਹਨਾ ਤੁਸੀਂ ਬਟ ਐਟ ਦ ਸੇਮ ਟਾਈਮ ਉਹ ਰੁਤਬਾ ਜਿਹੜਾ ਹੈਗਾ ਉਹ ਇਟਸ ਜਸਟ ਤੁਹਾਡੇ ਤੱਕ ਸੀਮਿਤ ਆ ਜੀ ਕਿਸੇ ਨੂੰ ਪਰਵਾਹ ਨਹੀਂ ਹੋਣੀ ਕਿ ਤੁਸੀਂ ਐਮਐਲਏ ਹੈਗੇ ਆ Trust me, ਤੋਂ ਇਲਾਵਾ, yeah. ਹਾਂ ਸੋ ਤੁਹਾਡੇ ਮਨ ਦੇ ਅੰਦਰ ਦਾ ਵਹਿਮ ਆ ਬਟ ਗੋ ਔਨ ਵਿਦ ਅ ਪਰਪਸ ਬਿਯੋਂਡ ਯੋਰਸੈਲਫ ਹਨਾ ਕਿ ਤੁਸੀਂ ਜਿਹੜੀ ਪੋਜੀਸ਼ਨ ਸਟਾਰਟ ਕੀਤੀ ਆ ਯੂ ਲੀਵ ਦੈਟ ਪਲੇਸ ਬੈਟਰ ਦੈਨ ਯੂ ਫਾਊਂਡ ਇਟ ਯਾ ਐਂਡ ਕੀ ਕਹਿੰਦੇ ਆ ਤੁਸੀਂ ਐਟਲੀਸਟ ਆਪਣੇ ਤੋਂ ਇਲਾਵਾ ਇੱਕ ਹੋਰ ਬੰਦੇ ਦਾ ਉਸ ਪਾਵਰ ਦੇ ਨਾਲ ਜਾਂ ਉਸ ਪ੍ਰਿਵਿਲੇਜ ਦੇ ਨਾਲ ਭਲਾ ਹੀ ਕੀਤਾ ਕਿਸੇ ਦਾ ਮਾੜਾ ਨਹੀਂ ਕੀਤਾ ਐਟਲੀਸਟ Yeah. ਇੱਕ ਬੰਦੇ ਦਾ ਜੇ ਜ਼ਿਆਦਾ ਹੁੰਦਾ ਕਿਉਂਕਿ Yeah, you cannot please everyone. you cannot please everyone and ਹੁਣ as ਅੰਸੂ ਪ੍ਰੈਜ਼ੀਡੈਂਟ ਤੁਸੀਂ 27000 ਬੰਦੇ ਨੂੰ ਰੈਪਰੈਜ਼ੈਂਟ ਕਰਦੇ ਹੋ ਹਨਾ And I'm pretty sure ਕਿ ਮੈਂ ਦੱਸ ਦਿੰਨੀ ਆ ਬਥੇਰੀ ਜਨਤਾ ਜਿਹੜੀ ਅੰਸੂ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਹਾਂ ਸੋ ਯਾ ਅੰਸੂ ਨੂੰ ਪਸੰਦ ਨਹੀਂ ਕਰਦੀ ਉਹ ਤੁਹਾਨੂੰ ਵੀ ਪਸੰਦ ਨਹੀਂ ਕਰਦੀ ਤੇ ਕੋਈ ਚੱਕਰ ਨਹੀਂ ਯਾ ਹਨਾ ਕੀ ਕਹਿੰਦੇ ਆ ਬਟ ਉਹ ਇਹ ਕਿ ਤੁਸੀਂ we should try our best ਹਾਂ ਕਿ ਤੁਸੀਂ ਆਪਣੇ ਤੋਂ ਇੱਕ ਹੋਰ ਬੰਦੇ ਨੂੰ ਹੈਲਪ ਆਊਟ ਕਰ ਸਕੇ ਉਸ ਤੋਂ ਵਧੀਆ ਚੀਜ਼ ਕੋਈ ਨਹੀਂ ਐਂਡ ਜਾਂਦੇ ਜਾਂਦੇ ਇੱਕ ਦਿਲਜੀਤ ਦੋਸਾਂਝ ਦਾ ਗਾਣਾ ਉਹ ਹੋ ਜਾਏ ਪਲੀਜ਼ ਕਿਹੜੇ ਵਾਲਾ ਦੱਸੋ ਗੋਟ goat oh okay ਇਹ ਮੇਰਾ ਆਲ ਟਾਈਮ ਫੇਵਰੇਟ ਆ ਅਰਜਨ ਢਿੱਲੋਂ ਦਾ ਦੁਨੀਆ ਦਾ ਸੀਗਾ ਬਟ ਇਹ ਵੀ ਹੈਗਾ okay I remember ਜਦ ਆਪਣਾ ਕੈਂਪੇਨ ਚੱਲ ਰਿਹਾ ਸੀ ਸ਼ਾਇਦ ਜੀ ਤਾਂ ਤੁਹਾਡਾ ਗਾਣਾ ਸੀਗਾ ਟੈਨਸ਼ਨ ਨਹੀਂ ਲੈਣੀ ਹਾਂ ਸੋ ਯਾ ਕੀ ਕਹਿੰਦੇ ਆਈ ਥਿੰਕ ਕਾਫੀ ਜਣੇ ਮੈਨੂੰ ਕਹਿੰਦੇ ਕਿ ਯਾਰ ਤੇਰੀ ਪਰਸਨੈਲਿਟੀ ਦਿਲਜੀਤ ਨਾਲ ਕਾਫੀ ਤੂੰ ਮਿਲਦੀ ਆ ਕਰਦਾ ਸੋ ਉਹੀ ਆ Yeah. ਸੋ ਜਾਂਦੇ ਜਾਂਦੇ ਗੋਟ ਹੋ ਜਾਏ ਪਲੀਜ਼ yes goat for the goat ਬਸ Thank you, Prab, for coming to Gaiety Confessions with Ravneet. Thank you for having me. Yes, hope to see you guys soon and see you soon again. Definitely. Probably ਆਪਣੇ 50 ਜਾਂ 100ਵੇਂ ਐਪੀਸੋਡ ਤੇ. ਤੇ ਉਸ ਤੋਂ ਪਹਿਲਾਂ ਚੈਨਲ ਨੂੰ ਜਲਦੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕੋਈ ਹੋਰ ਚੀਜ਼ ਰਹਿੰਦੀ ਹੋਵੇ ਨਹੀਂ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਬਸ. ਬਿਲਕੁਲ. That's how I will get my traction. So yeah. ਆਪਾਂ ਕੀ ਕਹਿੰਦੇ ਜਲਦ ਤੋਂ ਜਲਦ ਤੁਹਾਨੂੰ ਸਿਲਵਰ ਪਲੇ ਬਟਨ ਤੇ ਅਨਬਾਕਸਿੰਗ ਦਿਖਾਵਾਂਗੇ ਫਿਰ ਯਾ ਵਾਹਿਗੁਰੂ ਕਰ ਦਿਓ. So yeah, thank you. Bye guys. ਰੱਬ ਰੱਖਾ